ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਦਾ ਕਾਰਨ ਕੀ ਬਣਿਆ? ਵਲਟੋਹਾ ਸਾਹਿਬ ਦੇ ਨਾਲ ਲੜਾਈ ਸੀਗੀ ਜਾਂ ਫਿਰ ਮਜੀਠੀਆ ਸਾਹਿਬ ਦੇ ਨਾਲ? ਉਹ ਹਰੇਕ ਬੰਦੇ ਨੂੰ ਡਰਾ ਧਮਕਾ ਕੇ ਉਹ ਚਾਹੁੰਦੇ ਆ ਕਿ ਮੈਂ ਦਬਾ ਕੇ ਰੱਖਾਂ। ਜਦੋਂ ਉਹਨਾਂ ਦਾ ਸਮਾਂ ਸੀ ਉਹਨਾਂ ਨੇ ਪਤਾ ਨਹੀਂ ਕਿੰਨੇ ਲੋਕਾਂ ਤੇ ਪਰਚੇ ਦਰਜ ਕਰਾਏ। ਲੜਾਈ ਖੇਮ ਕਰਨ ਹੁੰਦੀ ਸੀ, ਪਰਚਾ ਇੱਥੇ ਭਿੱਖੀ ਵੰਡਾਣ ਕੇ ਕਿਸੇ ਦਾ ਹੋਇਆ ਹੁੰਦਾ ਸੀ। ਜਿਹੜਾ ਵਿਰਸਾ ਸਿੰਘ ਵਲਟੋਹਾ, ਜਿਹੜਾ ਬੰਦਾ ਕਹਿੰਦਾ ਵੀ ਮੈਂ ਬੜਾ ਪੰਥ ਦਾ ਬੜਾ ਜੀ ਰਖਵਾਲਾ, ਉਹ ਬੰਦੇ ਇੱਕ ਮੇਰੇ ਮੱਖੀ ਪਿੰਡ ਦਾ ਜਥੇਦਾਰ ਆ ਜੀ। ਇੱਥੇ ਧਰਨਾ, ਮੈਂ ਵੀ ਉਸ ਧਰਨੇ ਦੇ ਵਿੱਚ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਹੋਇਆ ਸੀ। ਉਹ ਧਰਨੇ ਵਿੱਚ ਬੈਠਾ ਸੀ, ਇਹਦਾ ਰਾਜ ਸੀ। ਇਹਨੇ ਪੁਲਿਸ ਨੂੰ ਕਿਹਾ ਵੀ ਇਹਨਾਂ ਤੇ ਪਰਚਾ ਕਰੋ। ਦੂਜੇ ਤੀਜੇ ਦਿਨ ਉਹਦੇ ਮੁੰਡੇ ਦੀ ਬਰਾਤ ਚੜ੍ਹਨੀ ਸੀ। ਵਿਰਸਾ ਸਿੰਘ ਵਲਟੋਏ ਨੇ ਉਹਨੂੰ ਥਾਣੇ ਫੜਾਤਾ। ਅਗਲੇ ਦਿਨ ਉਹਦੀ ਬਰਾਤ ਚੜ੍ਹਨੀ ਸੀ। ਮੈਂ ਥਾਣੇ ਆ ਕੇ ਉੱਥੇ ਬੈਠ ਗਿਆ, ਉੱਥੇ ਧਰਨੇ ਦੇ ਵਿੱਚ। ਮੈਂ ਐਸਐਚਓ ਨੂੰ ਕਿਹਾ ਵੀ ਜਾਂ ਤਾਂ ਤੂੰ ਮੈਨੂੰ ਵੀ ਅੰਦਰ ਦੇ। ਇਹ ਗੁਰੂ ਸਾਹਿਬ ਲਈ ਧਰਨਾ ਲਾ ਕੇ ਬੈਠਾ ਸੀ, ਮੈਂ ਵੀ ਗੁਰੂ ਸਾਹਿਬ ਲਈ ਬੈਠਾ ਸੀ, ਸਾਡੇ ਤੇ ਵੀ ਪਰਚੇ ਕਰਦੇ, ਜਾਂ ਮੈਂ ਇਹਨੂੰ ਨਾਲ ਲੈ ਕੇ ਜਾਊਂਗਾ। ਸਵੇਰੇ ਇਹਦੇ ਬੇਟੇ ਦੀ ਬਰਾਤ ਹੈ। ਫਿਰ ਰਾਤ ਉਹਨੂੰ ਛਡਾ ਕੇ ਫਿਰ ਉਹਦੀ ਬਰਾਤ ਚੜੀ। ਇਹ ਆ ਇਹਨਾਂ ਦੇ ਕਿਰਦਾਰ ਜਿਹੜੇ ਪੰਥ ਦੇ ਆਪਣੇ ਆਪ ਨੂੰ ਦਾਅਵੇਦਾਰ ਕਹਾਉਂਦੇ। ਉਹ ਆਪ ਤਾਂ ਪੀਪਲ ਪਾਰਟੀ ਦੇ ਮੋਢਿਆਂ ਤੇ ਚੜ੍ਹ ਕੇ ਵਜ਼ੀਰ ਬਣ ਗਏ, ਪਰ ਜਿਹੜੀ ਵਰਕਰਾਂ ਦੀ, ਜਿਹੜੀ ਲੋਕਾਂ ਦੀ, ਜਿਹੜੇ ਉਹਨਾਂ ਦੇ ਨਾਲ ਗਏ ਸੀ, ਜਿਹੜੀ ਉਹਨਾਂ ਦੀ ਦੁਰਦਸ਼ਾ ਹੋਈ ਹੈ। ਮੈਂ ਇਕੱਲਾ ਹੀ ਨਹੀਂਗਾ, ਪੀਪਲ ਪਾਰਟੀ ਦੇ ਸਾਰੇ, ਤੁਸੀਂ ਕਿਸੇ ਵੀ ਵਰਕਰ ਨੂੰ ਪੁੱਛ ਸਕਦੇ ਹੋ। ਮਨਪ੍ਰੀਤ ਬਾਦਲ ਹੋਰਾਂ ਦੇ ਨਾਲ ਹੀ ਤੁਸੀਂ ਕਾਂਗਰਸ ਦੇ ਵਿੱਚ ਆਉਂਦੇ ਆ, ਫਿਰ ਤੁਸੀਂ ਕਾਂਗਰਸ ਵੀ ਛੱਡਦੇ ਆ। ਜਦੋਂ ਜਿੱਤ ਗਏ, ਜਿੱਤਣ ਤੋਂ ਬਾਅਦ ਉਹਨਾਂ ਨੇ ਫਿਰ ਸਾਨੂੰ ਜਿਵੇਂ ਵਿਰੋਧੀਆਂ ਨਾਲ ਵਿਹਾਰ ਕਰੀਦਾ, ਇਹੋ ਜਿਹਾ ਵਿਹਾਰ ਕੀਤਾ। ਜਦੋਂ ਫਿਰ ਮਨਪ੍ਰੀਤ ਸਿੰਘ ਨਾਲ ਗੱਲ ਕਰੀਦੀ ਸੀ, ਮਨਪ੍ਰੀਤ ਸਿੰਘ ਗੱਲ ਕਹਿੰਦਾ ਸੀ ਕਿ ਮੇਰੀਆਂ ਤਾਂ ਮਜਬੂਰੀਆਂ ਜੀ, ਹਾਈ ਕਮਾਂਡ, ਮੈਂ ਉੱਥੇ ਕੁਝ ਵੀ ਨਹੀਂ ਕਰ ਸਕਦਾ ਜੀ। ਫਿਰ ਉਹਨਾਂ ਨੇ ਜਦੋਂ ਕੋਈ ਠੋਸ ਜਵਾਬ ਨਹੀਂ ਦਿੱਤਾ, ਇਹਨਾਂ ਗੱਲਾਂ ਕਰਕੇ ਛੱਡ ਕੇ ਆਏ। 4.5 ਜਿਹੜੇ ਸਾਲ ਦੇ ਵਿੱਚ ਜੇ ਕੈਪਟਨ ਸਾਹਿਬ ਨਹੀਂ ਕੁਝ ਕਰ ਸਕੇ ਤੇ ਦੇਖੋ ਜੀ, ਮੈਂ 2-3 ਮਹੀਨਿਆਂ 'ਚ ਬੜਾ ਕੰਮ ਕਰ ਦਿੱਤਾ। ਪਰ ਉਹਦੇ ਬਾਵਜੂਦ ਆਪਸੀ ਖਾਨਾ ਜੰਗੀ, ਨਵਜੋਤ ਸਿੰਘ ਸਿੱਧੂ ਵਰਸਸ ਚੰਨੀ, ਫਿਰ ਗਾਂ ਕੈਪਟਨ ਅਮਰਿੰਦਰ ਸਿੰਘ ਸੀਗੇ। ਉਸ ਲੜਾਈ ਨੇ ਜਿਹੜੀ ਕਾਂਗਰਸ ਪਾਰਟੀ ਆ, ਜਦੋਂ ਕਿਉਂਕਿ ਉੱਥੇ ਇੱਕ ਸੀਐਮ ਦੀ ਦੌੜ ਲੱਗੀ ਹੋਈ ਹੈ, ਮੁੱਖ ਮੰਤਰੀ ਬਣਨ ਦੀ ਦੌੜ ਲੱਗੀ ਹੋਈ ਹੈ, ਜਿਹੜੀ ਉਹ ਦੌੜ ਆ, ਉਸ ਦੌੜ ਨੇ ਉਹਨਾਂ ਦਾ ਜਿਹੜਾ ਬੇੜਾ ਉਹ ਡੋਬ ਕੇ ਰੱਖਿਆ। ਕਿਉਂਕਿ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਹੈ, ਚੰਨੀ ਸਾਹਿਬ ਦੀ ਗੱਲ ਕੀਤੀ ਹੈ। ਜੇ ਚੰਨੀ ਸਾਹਿਬ ਕਿਤੇ ਕਿਸੇ ਦੇ ਸਿਰ ਤੇ ਹੱਥ ਰੱਖ ਕੇ ਆਉਂਦੇ ਆ, ਸਿੱਧੂ ਸਾਹਿਬ ਬਰਾਬਰ ਤੇ ਜਾ ਕੇ ਬੰਦਾ ਖੜਾ ਕਰਦੇ ਆ। ਜੇ ਸਿੱਧੂ ਸਾਹਿਬ ਕਿਸੇ ਨੂੰ ਕਹੋ ਕਿ ਆਉਂਦੇ, ਚੰਨੀ ਸਾਹਿਬ ਉੱਥੇ ਚਲੇ ਜਾਂਦੇ ਆ। ਅਕਾਲੀ ਦਲ ਜਿਹੜਾ ਵਾ, ਅਕਾਲੀ ਦਲ ਰਿਹਾ ਹੀ ਨਹੀਂ। ਅਕਾਲੀ ਦਲ ਜਿੰਨਿਆਂ ਮੁੱਦਿਆਂ ਤੇ, ਜਿਹੜੀ ਸ਼ਹੀਦਾਂ ਦੀ ਜਥੇਬੰਦੀ ਸੀ, ਉਹਨਾਂ ਮੁੱਦਿਆਂ ਨੂੰ ਤੇ ਉਹਨਾਂ ਨੇ ਵਸਾਰਤਾ। ਜਿਹੜੇ ਬੰਦਿਆਂ ਤੇ ਉਂਗਲ ਉੱਠਦੀ ਸੀ, ਉਹਨਾਂ ਲੋਕਾਂ ਨੂੰ ਸਜ਼ਾ ਦਿਵਾਉਣ ਦੀ ਬਜਾਏ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਮਾਫੀਆਂ ਉਹਨਾਂ ਨੇ ਦਵਾਈਆਂ। ਜਿੱਥੋਂ ਤੱਕ ਰਿਹਾਈ ਦੀ ਗੱਲ ਹੈ, ਵੇਖੋ ਜੀ, ਮੈਂ ਆਪ ਇੱਕ ਪੰਥਕ ਪਰਿਵਾਰ ਦੇ ਵਿੱਚੋਂ ਹਾਂ। ਮੈਂ ਭਾਈ ਦਵਿੰਦਰ ਸਿੰਘ ਜੀ ਦਵਿੰਦਰ ਭੁੱਲਰ ਜੀ, ਉਹਨਾਂ ਦੀ ਰਿਹਾਈ ਲਈ ਜਿਹੜੀ ਠੋਕ ਵਜਾ ਕੇ ਮੈਂ ਜਿਹੜਾ ਆਪਣੀ ਪਾਰਟੀ ਦੇ ਵਿੱਚ ਗੱਲ ਰੱਖਾਂਗਾ। ਔਰ ਉਹਨਾਂ ਨੂੰ ਜਿਹੜੀ, ਕਿਉਂਕਿ ਉਹ ਬਹੁਤ ਜ਼ਿਆਦਾ ਸਜ਼ਾ ਭੁਗਤ ਚੁੱਕੇ ਆ, ਔਰ ਉਹ ਜਿਹੜੀ ਇੱਕ ਉਹਨਾਂ ਦਾ ਹੱਕ ਬਣਦਾ ਹੈ ਕਿ ਉਹ ਜੇਲ੍ਹਾਂ ਦੇ ਵਿੱਚੋਂ ਬਾਹਰ ਆਉਣ। ਔਰ ਹਮੇਸ਼ਾ ਉਹਨਾਂ ਸਿੰਘਾਂ ਦੀ ਰਿਹਾਈ ਲਈ ਮੇਰੀ ਕੋਸ਼ਿਸ਼ ਜਾਰੀ ਰਹੂਗੀ। ਵਲਟੋਹਾ ਸਾਹਿਬ ਦਾ ਕਹਿਣਾ ਹੈ ਕਿ ਜੇ ਭਗਵੰਤ ਮਾਨ ਨੂੰ ਸੀਐਮ ਚਿਹਰਾ ਇਹਨਾਂ ਨੇ ਐਲਾਨਿਆ ਹੈਗਾ ਤੇ ਭਗਵੰਤ ਮਾਨ ਮੁੱਖ ਮੰਤਰੀ ਬਣ ਵੀ ਜੇ ਜਾਂਦੇ ਆ, ਤੇ ਉਹਨਾਂ ਨੇ ਕਿਹਾ ਕਿ ਸਾਰੇ ਪੰਜਾਬ ਨੂੰ ਸ਼ਰਾਬ ਤੇ ਲਾ ਦੇ। ਉਹ ਤਾਂ ਇੱਥੇ ਜੇ ਕੋਈ ਬਾਬਾ ਉਹਨੂੰ ਵੀ ਗਾਲਾਂ ਕੱਢਦੇ ਆ, ਜੇ ਕੋਈ ਲੀਡਰ ਆ ਉਹਨੂੰ ਵੀ ਗਾਲਾਂ ਕੱਢਦੇ ਆ। ਉਹ ਆਪ ਜਿਹੜਾ ਵਾ ਬੜਾ ਦੁੱਧ ਧੋਤਾ ਹੋਣ ਦੀ ਮਤਲਬ ਗੱਲ ਕਰਦੇ ਆ, ਤੇ ਜਦੋਂ ਕਿ ਜਿਹੜਾ ਉਹਨਾਂ ਦਾ ਚਿਹਰੇ ਤੇ ਮਖੌਟਾ ਉਹ ਹੋਰ ਆ, ਤੇ ਅੰਦਰੂਨੀ ਜਿਹੜਾ ਉਹ ਹੋਰ ਆ। ਦੂਜੀ ਗੱਲ ਜਿਹੜੀ ਉਹ ਕਰਦੇ ਆ ਭਗਵੰਤ ਸਿੰਘ ਮਾਨ ਦੀ, ਭਗਵੰਤ ਸਿੰਘ ਮਾਨ ਨੂੰ ਕੇਜਰੀਵਾਲ ਸਾਹਿਬ ਨੇ ਨਹੀਂ ਮੁੱਖ ਮੰਤਰੀ ਐਲਾਨਿਆ, ਲੋਕਾਂ ਨੇ ਐਲਾਨਿਆ। ਲੋਕ ਇਹ ਗੱਲ ਸਮਝਦੇ ਆ ਕਿ ਮੇਰੇ ਨਾਲ ਧੱਕਾ ਹੋਇਆ, ਇਹ ਪਾਰਟੀਆਂ ਨੇ ਮੈਨੂੰ ਵਰਤਿਆ, ਜੂਝ ਕੀਤਾ, ਜੂਝ ਕਰਕੇ ਇਸ ਬੰਦੇ ਨੂੰ ਕਿਨਾਰੇ ਕਰਤਾ। ਤਾਂ ਕੀ ਕੱਲ੍ਹ ਨੂੰ ਆਮ ਆਦਮੀ ਪਾਰਟੀ ਦੇ ਨਾਲ ਵੀ ਤੁਹਾਡੀ ਕਿਤੇ ਨਾ ਕਿਤੇ ਉਮੀਦ ਕਰ ਸਕਦੇ ਹਾਂ ਵੀ ਲੜਾਈ ਹੋਊਗੀ ਜੇ ਉਹ ਇਸ ਚੀਜ਼ ਤੇ ਸਟੈਂਡ? ਬਿਲਕੁਲ। ਸਤਿ ਸ਼੍ਰੀ ਅਕਾਲ, ਔਨ ਏਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ। ਮਾਝੇ ਦੇ ਚੋਣ ਦੰਗਲ ਦੇ ਵਿੱਚ ਇੱਕ ਹੋਰ ਹੌਟ ਜਿਹੜੀ ਸੀਟ ਮੰਨੀ ਜਾ ਰਹੀ ਹੈ, ਉਹ ਖੇਮਕਰਨ ਇਲਾਕੇ ਦੀ ਮੰਨੀ ਜਾ ਰਹੀ ਹੈ।
ਕਿਉਂਕਿ ਬਹੁਤ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਦੇ ਵਿੱਚ ਇੱਕ ਵੱਡਾ ਚਿਹਰਾ ਹੋਇਆ ਕਰਦੇ ਸੀ ਤੇ ਉਸ ਤੋਂ ਬਾਅਦ ਹੌਲੀ ਹੌਲੀ ਪਾਰਟੀ ਬਦਲਦੇ ਹੋਏ ਆਮ ਆਦਮੀ ਪਾਰਟੀ ਦੇ ਵੱਲੋਂ ਜਿਸ ਚਿਹਰੇ ਨੂੰ ਇਸ ਵਾਰ ਵਲਟੋਹਾ ਸਾਹਿਬ ਦੇ ਸਾਹਮਣੇ ਖੜਾ ਕੀਤਾ ਗਿਆ, ਉਹਨਾਂ ਦੇ ਨਾਲ ਬੈਠੇ ਆ ਸਰਵਣ ਸਿੰਘ ਧੁੰਨ ਦੇ ਨਾਲ ਬੈਠੇ ਆ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਪਹਿਲਾਂ ਕਰਦੇ ਆ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸਭ ਤੋਂ ਪਹਿਲਾਂ ਤਾਂ ਔਨ 에ਅਰ ਚੈਨਲ ਦੇ ਸਾਰੇ ਹੀ ਸਰੋਤਿਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜੀ। ਥੈਂਕ ਯੂ ਜੀ। ਵਲਟੋਹਾ ਸਾਹਿਬ ਦੇ ਸਾਹਮਣੇ ਤੁਸੀਂ ਕਿਸੇ ਵੇਲੇ ਉਸੇ ਪਾਰਟੀ ਦੇ ਵਿੱਚ ਤੁਸੀਂ ਹੋਇਆ ਕਰਦੇ ਸੀਗੇ, ਤਿਆਰੀ ਕਿਵੇਂ ਦੀ ਹੈ ਇਸ ਵਾਰ? ਪੂਰੀ ਬਿਲਕੁਲ ਵਧੀਆ ਤਿਆਰੀ ਹੈ ਜੀ। ਪ੍ਰਮਾਤਮਾ ਦੀ ਕਿਰਪਾ ਹੈ, ਪੂਰੀ ਤਿਆਰੀ ਨਾਲ ਲੜ ਰਹੇ ਹਾਂ। ਬਹੁਤ ਵੱਡਾ ਸੰਯੋਗ ਸੰਗਤਾਂ ਦਾ ਮਿਲ ਰਿਹਾ ਜੀ। ਵਜ੍ਹਾ ਕੀ ਹੋਈ ਸੀ? ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੁਹਾਡਾ ਇੱਕ ਵਧੀਆ ਕਹਿ ਲਓ ਗ੍ਰਿਪ ਸੀ, ਮਜੀਠੀਆ ਸਾਹਿਬ ਦੇ ਨਾਲ ਵਧੀਆ ਦੋਸਤੀ ਸੀਗੀ। ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਦਾ ਕਾਰਨ ਕੀ ਬਣਿਆ? ਵਲਟੋਹਾ ਸਾਹਿਬ ਦੇ ਨਾਲ ਲੜਾਈ ਸੀਗੀ ਜਾਂ ਫਿਰ ਮਜੀਠੀਆ ਸਾਹਿਬ ਦੇ ਨਾਲ ਕੋਈ ਗੱਲਬਾਤ? ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਛੱਡਣ ਦਾ ਹੈਗਾ ਜੀ, ਜਿਹੜੇ ਵਿਰਸਾ ਸਿੰਘ ਵਲਟੋਹਾ ਜਿਹੜੇ ਇੱਥੋਂ ਦੇ ਲੀਡਰ ਨੇ, ਉਹ ਜਦ ਤਾਂ ਸਤਾ ਤੋਂ ਬਾਹਰ ਸੀ ਉਦੋਂ ਤਾਂ ਉਹ ਬੜੇ ਇੱਕ ਆਮ ਬੰਦੇ ਵਾਂਗੂ ਵਿਚਰਦੇ ਸੀ। ਜਦੋਂ ਉਹਨਾਂ ਕੋਲ ਸਤਾ ਆ ਗਈ ਫਿਰ ਉਹਨਾਂ ਦੇ ਹੰਕਾਰ ਸਿਰ ਤੇ ਚੱਟ ਕੇ ਬੋਲਣ ਲੱਗਾ। ਦੂਜਾ ਇੱਕ ਜਿਹੜੀ ਉਹਨਾਂ ਦੀ ਲੈਂਗੁਏਜ ਆ, ਉਹ ਹਰੇਕ ਬੰਦੇ ਨੂੰ ਡਰਾ ਧਮਕਾ ਕੇ ਉਹ ਚਾਹੁੰਦੇ ਆ ਕਿ ਮੈਂ ਦਬਾ ਕੇ ਰੱਖਾਂ। ਤੇ ਜਿਹੜਾ ਇਹ ਖੇਮ ਕਰਨ ਹਲਕਾ ਜੀ, ਇੱਥੋਂ ਦੇ ਲੋਕ ਦੱਬਣ ਵਾਲੇ ਨਹੀਂ, ਇਹ ਤਾਂ ਲੜਾਈ ਲੜਨ ਵਾਲੇ ਲੋਕ ਆ। ਇਸ ਕਰਕੇ ਉਹਨਾਂ ਲੋਕਾਂ ਨਾਲ ਮੇਰੀ ਨਹੀਂ ਬਣੀ। ਕੀ ਲੱਗਦਾ ਤੁਹਾਨੂੰ ਸਾਹਿਬ, ਕਿਉਂਕਿ ਹੁਣ ਜਿਸ ਤਰੀਕੇ ਦੀਆਂ ਰਿਪੋਰਟਸ ਆ ਕਿ ਵਲਟੋਹਾ ਸਾਹਿਬ ਇੱਕ ਸਟਰੋਂਗ ਕੈਂਡੀਡੇਟ ਦੇ ਵਜੋਂ ਦੇਖੇ ਜਾਂਦੇ ਆ ਔਰ ਮੰਨਿਆ ਇਹ ਜਾ ਰਿਹਾ ਕਿ ਕਾਂਗਰਸ ਦੀ ਜਿਹੜੀ ਆ ਕਾਰਗੁਜ਼ਾਰੀ ਕੋਈ ਬਹੁਤੀ ਚੰਗੀ ਇਸ ਇਲਾਕੇ ਦੇ ਵਿੱਚ ਰਹੀ ਨਹੀਂ ਆ, ਔਰ ਜੇ ਕੰਮਾਂ ਦੇ ਬਿਹਾਫ ਤੇ ਦੇਖਿਆ ਜਾਵੇ ਤੇ ਕਿਹਾ ਜਾ ਰਿਹਾ ਕਿ ਤੁਸੀਂ ਇੱਕ ਵੱਡੀ ਟੱਕਰ ਦੇ ਸਕਦੇ ਹੋ। ਕੀ ਲੱਗਦਾ ਹੈ ਕਿ ਵਲਟੋਹਾ ਸਾਹਿਬ ਨੇ ਪਹਿਲੇ 10 ਸਾਲਾਂ ਦੇ ਵਿੱਚ ਬਹੁਤ ਸਾਰੇ ਕੰਮ, ਉਹਨਾਂ ਦੇ ਨਾਲ ਕੱਲ ਗੱਲਬਾਤ ਹੋਈ ਇੰਟਰਵਿਊ ਦੇ ਵਿੱਚ, ਉਹਨਾਂ ਨੇ ਗਿਣਾਏ ਕਿ ਬਹੁਤ ਸਾਰੇ ਕੰਮ ਕੀਤੇ ਹੋਏ ਆ ਉਹਨਾਂ ਨੇ। ਕੀ ਲੱਗਦਾ ਹੈ ਕਿ ਤੁਸੀਂ ਕਿਸ ਬਿਹਾਫ ਤੇ ਉਹਨਾਂ ਨੂੰ ਵੱਡੀ ਟੱਕਰ ਦੇ ਸਕਦੇ ਹੋ? ਵੇਖੋ ਜੀ, ਜਿੱਥੋਂ ਤੱਕ ਉਹ ਜਦੋਂ MLA ਰਹੇ ਸੀ 10 ਸਾਲ ਉਹ ਇੱਥੋਂ ਦੇ ਹਲਕਾ ਵਿਧਾਇਕ ਰਹੇ, ਜਿਹੜੇ ਉਹਨਾਂ ਨੇ ਕੰਮ ਜਿਹੜੇ ਕਹਿੰਦੇ ਕੰਮ ਕੀਤੇ, ਕੰਮ ਨਹੀਂ ਕੀਤੇ, ਸਗੋਂ ਲੋਕਾਂ ਦੇ ਕੰਮ ਵਿਗਾੜੇ ਆ, ਲੋਕਾਂ ਨਾਲ ਧੋਖਾ ਕੀਤਾ ਹੈ। ਇੱਥੇ ਤਾਂ ਸਰਪੰਚੀਆਂ ਦੇ ਮੁੱਲ ਲੱਗਦੇ ਸੀ ਉਹਨਾਂ ਦੇ ਟਾਈਮ ਦੇ ਵਿੱਚ, ਬੋਲੀਆਂ ਹੁੰਦੀਆਂ ਸੀ ਸਰਪੰਚੀਆਂ ਦੀਆਂ, ਔਰ ਹਰੇਕ ਬੰਦੇ ਨੇ ਇੱਥੇ ਪਰਚੀਆਂ ਦੀ ਰਾਜਨੀਤੀ ਉਹਨਾਂ ਨੇ ਕੀਤੀ ਸੀ। ਜਦੋਂ ਉਹਨਾਂ ਦਾ ਸਮਾਂ ਸੀ, ਉਹਨਾਂ ਨੇ ਪਤਾ ਨਹੀਂ ਕਿੰਨੇ ਲੋਕਾਂ ਤੇ ਪਰਚੇ ਦਰਜ ਕਰਾਏ। ਲੜਾਈ ਖੇਮ ਕਰਨ ਹੁੰਦੀ ਸੀ, ਪਰਚਾ ਇੱਥੇ ਭਿੱਖੀ ਵੰਡਾਣ ਕੇ ਕਿਸੇ ਦਾ ਹੋਇਆ ਹੁੰਦਾ ਸੀ। ਲੋਕ ਜਿਹੜੇ ਆ ਇਹੋ ਜਿਹੀ ਰਾਜਨੀਤੀ ਤੋਂ ਖੜਾ ਛਡਾਉਣਾ ਚਾਹੁੰਦੇ ਆ, ਬਿਲਕੁਲ ਉਹਨਾਂ ਨੂੰ ਲੋਕ ਨਕਾਰ ਚੁੱਕਿਆ। ਉਹ ਹੁਣ ਹਵਾ ਦੇ ਵਿੱਚ ਤੀਰ ਛੱਡ ਰਿਹਾ। ਤੁਨ ਸਭ ਉਸ ਤੋਂ ਬਾਅਦ PPP ਦੇ ਨਾਲ ਤੁਸੀਂ ਜੁੜੇ, ਉਹਨਾਂ ਦੇ ਨਾਲ ਮਨਪ੍ਰੀਤ ਬਾਦਲ ਹੋਰਾਂ ਦੇ ਨਾਲ ਹੀ ਤੁਸੀਂ ਕਾਂਗਰਸ ਦੇ ਵਿੱਚ ਆਉਨੇ ਆ, ਫਿਰ ਤੁਸੀਂ ਕਾਂਗਰਸ ਵੀ ਛੱਡਦੇ ਆ। ਵਜ੍ਹਾ ਕੀ ਹੁੰਦੀ ਆ? ਮਨਪ੍ਰੀਤ ਬਾਦਲ ਹੋਰਾਂ ਦੇ ਨਾਲ ਦੋਸਤੀ ਵੀ ਤੁਹਾਨੂੰ ਕਾਂਗਰਸ 'ਚ ਰੋਕ ਕਿਉਂ ਨਹੀਂ ਸਕੀ ਤੇ ਤੁਸੀਂ ਇਹ ਕਹਿ ਕੇ ਕਾਂਗਰਸ ਛੱਡਦੇ ਹੋ ਕਿ ਮੇਰਾ ਦਮ ਘੁੱਟਦਾ? ਕੀ ਵਜ੍ਹਾ ਬਣੀ ਕਾਂਗਰਸ ਨੂੰ ਵੀ ਛੱਡਣ ਦੀ? ਵੇਖੋ ਜੀ, ਜਿਹੜੀ ਕਾਂਗਰਸ ਨੂੰ ਛੱਡਣ ਦੀ, ਕਾਂਗਰਸ ਮੈਂ ਪੀਪਲ ਪਾਰਟੀ ਜਦ ਮਨਪ੍ਰੀਤ ਸਿੰਘ ਬਾਦਲ ਨੇ ਬਣਾਈ ਸੀ, ਉਹਨਾਂ ਵੱਲੋਂ ਇਲੈਕਸ਼ਨ ਲੜੀ ਸੀ। ਜਦ ਮੈਂ ਉਹਨਾਂ ਵੱਲੋਂ ਇਲੈਕਸ਼ਨ ਲੜ ਕੇ ਫਿਰ ਜਦੋਂ ਉਹਨਾਂ ਨੇ ਕਾਂਗਰਸ ਜੁਆਇਨ ਕੀਤੀ, ਉਹਨਾਂ ਨੇ ਇੱਕ ਗੱਲ ਉਦੋਂ ਕਹੀ ਸੀ ਸਾਰੀ ਪਾਰਟੀ ਦੇ ਸਾਹਮਣੇ, ਮਨਪ੍ਰੀਤ ਸਿੰਘ ਬਾਦਲ ਨੇ, ਕਿ ਮੇਰੀ ਜਿਹੜੀ ਕਾਂਗਰਸ ਨਾਲ ਗੱਲ ਹੋਈ ਆ, ਉਹ ਜਿਹੜਾ ਮੇਰਾ ਏਜੰਡਾ ਜਾਂ ਪੀਪਲ ਪਾਰਟੀ ਦਾ ਜਿਹੜਾ ਏਜੰਡਾ ਸੀ ਉਹਨੂੰ ਲਾਗੂ ਕਰਨਗੇ। ਜਦੋਂ ਕਿ ਉਹ ਇੱਕ ਗੱਲ ਵੀ ਲਾਗੂ ਨਹੀਂ ਹੋਈ। ਜਦ ਮਨਪ੍ਰੀਤ ਸਿੰਘ ਬਾਦਲ ਜਿਹੜੀਆਂ ਗੱਲਾਂ ਕਰਦੇ ਸੀ, ਉਹ ਆਪ ਤਾਂ ਪੀਪਲ ਪਾਰਟੀ ਦੇ ਮੋਢਿਆਂ ਤੇ ਚੜ੍ਹ ਕੇ ਵਜ਼ੀਰ ਬਣ ਗਏ, ਪਰ ਜਿਹੜੀ ਵਰਕਰਾਂ ਦੀ, ਜਿਹੜੀ ਲੋਕਾਂ ਦੀ, ਜਿਹੜੇ ਉਹਨਾਂ ਦੇ ਨਾਲ ਗਏ ਸੀ, ਜਿਹੜੀ ਉਹਨਾਂ ਦੀ ਦੁਰਦਸ਼ਾ ਹੋਈ ਹੈ। ਮੈਂ ਇਕੱਲਾ ਹੀ ਨਹੀਂਗਾ, ਪੀਪਲ ਪਾਰਟੀ ਦੇ ਸਾਰੇ, ਤੁਸੀਂ ਕਿਸੇ ਵੀ ਵਰਕਰ ਨੂੰ ਪੁੱਛ ਸਕਦੇ ਹੋ ਕਿ ਉੱਥੇ ਉਲਟਾ ਲੋਕਾਂ ਨੂੰ ਨਕਾਰਿਆ ਗਿਆ, ਉਲਟਾ ਉਹਨਾਂ ਲੋਕਾਂ ਨੂੰ ਦਬਾਇਆ ਗਿਆ। ਇਸ ਕਰਕੇ ਜਿਹੜਾ ਵਾ, ਜਿਹੜੀ ਕਾਂਗਰਸ ਪਾਰਟੀ 'ਚ ਮੇਰਾ ਕੋਈ ਜਾਣ ਦਾ ਮਨ ਨਹੀਂ ਸੀ, ਪਰ ਇੱਕ ਉਦੋਂ ਉਹਨਾਂ ਦੇ ਨਾਲ ਤਦ ਗਏ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਮੈਂ ਏਜੰਡਾ ਮੇਰਾ ਤੈਅ ਹੋਇਆ ਸੀ ਉਹ ਏਜੰਡਾ ਲਾਗੂ ਹੋਊਗਾ। ਫਿਰ ਇਹਨਾਂ ਗੱਲਾਂ ਕਰਕੇ ਜਿਹੜੀ ਕਾਂਗਰਸ ਪਾਰਟੀ ਹੈ, ਜਦੋਂ ਇੱਥੋਂ ਦੇ ਜਿਹੜੇ ਹਲਕਾ ਵਿਧਾਇਕ ਆ ਜੀ, ਸਾਰੇ ਹਲਕੇ ਨੂੰ ਪਤਾ। ਵੇਖੋ, ਜੇ ਮੈਨੂੰ ਟਿਕਟਾਂ ਦਾ ਲਾਲਚ ਹੁੰਦਾ ਉਦੋਂ ਵੀ ਮੈਨੂੰ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਸੀ ਕਿ ਤੁਹਾਨੂੰ ਟਿਕਟ ਜਿਹੜੀ ਆ ਮੈਂ ਇੱਥੋਂ ਲੈ ਕੇ ਦਊਂਗਾ। ਚਲੋ, ਮੈਨੂੰ ਨਹੀਂ ਟਿਕਟ ਮਿਲੀ, ਮੈਂ ਇੱਥੇ ਸਾਰੇ ਹਲਕੇ ਦੇ ਲੋਕ ਜਾਣਦੇ ਆ। ਸੁਖਪਾਲ ਭੁੱਲਰ ਜਿੰਨੀ ਮਿਹਨਤ ਕਰਕੇ, ਮੈਂ ਰਾਤ ਦਿਨ 12-12 ਵੱਜ ਜਾਂਦੇ ਸੀ ਉਹਨੂੰ ਜਿਤਾਉਣ ਦੇ ਵਿੱਚ, ਕੋਈ ਕਸਰ ਬਾਕੀ ਨਹੀਂ ਛੱਡੀ। ਜਦੋਂ ਜਿੱਤ ਗਏ, ਜਿੱਤਣ ਤੋਂ ਬਾਅਦ ਉਹਨਾਂ ਨੇ ਫਿਰ ਸਾਨੂੰ ਜਿਵੇਂ ਵਿਰੋਧੀਆਂ ਨਾਲ ਵਿਹਾਰ ਕਰੀਦਾ, ਇਹੋ ਜਿਹਾ ਵਿਹਾਰ ਕੀਤਾ। ਜਦੋਂ ਫਿਰ ਮਨਪ੍ਰੀਤ ਸਿੰਘ ਨਾਲ ਗੱਲ ਕਰੀਦੀ ਸੀ, ਮਨਪ੍ਰੀਤ ਸਿੰਘ ਗੱਲ ਕਹਿੰਦਾ ਸੀ ਕਿ ਮੇਰੀਆਂ ਤਾਂ ਮਜਬੂਰੀਆਂ ਜੀ, ਹਾਈ ਕਮਾਂਡ, ਮੈਂ ਉੱਥੇ ਕੁਝ ਵੀ ਨਹੀਂ ਕਰ ਸਕਦਾ ਜੀ। ਫਿਰ ਉਹਨਾਂ ਨੇ ਜਦੋਂ ਕੋਈ ਠੋਸ ਜਵਾਬ ਨਹੀਂ ਦਿੱਤਾ, ਇਹਨਾਂ ਗੱਲਾਂ ਕਰਕੇ ਛੱਡ ਕੇ ਆ ਗਏ। ਪਰ ਇੱਥੇ ਵੀ ਤਾਂ ਕਿਹਾ ਜਾ ਰਿਹਾ ਹੈ ਕਿ ਤੁਸੀਂ ਇਸੇ ਸ਼ਰਤ ਤੇ ਆਏ ਆ ਕਿਉਂਕਿ ਤੁਹਾਨੂੰ ਆਮ ਆਦਮੀ ਪਾਰਟੀ ਨੇ ਟਿਕਟ ਦੇਣਾ ਸੀ, ਜਦਕਿ ਉਹਨਾਂ ਦੇ ਬਹੁਤ ਪੁਰਾਣੇ ਵਰਕਰ ਆ ਜਿਹੜੇ ਪਹਿਲਾਂ ਤੋਂ ਇੱਥੇ ਕੰਮ ਕਰ ਰਹੇ ਸੀ, ਤੇ ਉਹਨਾਂ ਦੇ ਮਨ ਦੇ ਵਿੱਚ ਵੀ ਹੁਣ ਗੁੱਸਾ ਹੈ ਕਿ ਧੁੰਨ ਸਾਹਿਬ ਕੱਲ ਆਏ ਆ ਤੇ ਅੱਜ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਹੈ। ਨਹੀਂ ਜੀ, ਮੈਨੂੰ ਜਦ ਮੈਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਸੀ, ਕੋਈ ਸ਼ਰਤ ਤੈਅ ਨਹੀਂ ਸੀ ਹੋਈ।
ਮੈਨੂੰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਜੁਆਇਨ ਕਰੋ ਪਾਰਟੀ ਵਿੱਚ ਸ਼ਾਮਲ ਹੋ ਕੇ ਤੁਸੀਂ ਕੰਮ ਕਰੋ, ਅਸੀਂ ਸਰਵੇ ਕਰਵਾਵਾਂਗੇ। ਜੇ ਸਰਵੇ ਮੁਤਾਬਕ ਜੇ ਲੋਕ ਕਹਿਣਗੇ ਖੇਮਕਰਨ ਹਲਕੇ ਦੇ ਤੁਸੀਂ ਅੱਗੇ ਹੋ ਜਾਂ ਤੁਸੀਂ ਵਧੀਆ ਲੜਾਈ ਦੇ ਸਕਦੇ ਹੋ, ਤੁਹਾਨੂੰ ਟਿਕਟ ਦੇਵਾਂਗੇ। ਜੇ ਹੋਰ ਕੋਈ ਹੋਊਗਾ ਤਾਂ ਉਹਨਾਂ ਨੂੰ ਦੇਵਾਂਗੇ। ਫਿਰ ਮੈਨੂੰ 2 ਮਹੀਨੇ ਬਾਅਦ ਉਹਨਾਂ ਨੇ ਹਲਕਾ ਇੰਚਾਰਜ ਲਗਾਇਆ ਸੀ, ਫਿਰ ਉਹਨਾਂ ਨੇ ਟਿਕਟ ਦਿੱਤੀ ਹੈ। ਬਾਕੀ ਰਹੀ ਜਿਹੜੇ ਦੂਜੇ ਮੇਰੇ ਭਰਾ, ਵੇਖੋ ਜੀ ਤੁਸੀਂ ਵੀ ਸਾਡੇ ਤੋਂ ਵੱਧ ਤੁਸੀਂ ਰੋਜ਼ ਲੋਕਾਂ 'ਚ ਵਿਚਰਦੇ ਹੋ। ਇੱਥੇ ਕਦੀ ਵੀ ਇੱਕ ਜਣੇ ਨੂੰ ਟਿਕਟ ਮਿਲਣੀ ਹੁੰਦੀ ਹੈ, ਟਿਕਟ ਕਦੀ ਸਾਰੇ ਬੰਦਿਆਂ ਨੂੰ ਨਹੀਂ ਮਿਲ ਜਾਂਦੀਆਂ। ਉਹ ਠੀਕ ਆ, ਹੁੰਦਾ ਗੁੱਸਾ ਉਹਨਾਂ ਦਾ ਵੀ ਜਾਇਜ਼, ਮੈਂ ਸਮਝ ਸਕਦਾ। ਕੋਈ ਜਿਹੜਾ ਭਰਾ ਕੋਈ ਲੜਨਾ ਚਾਹੁੰਦਾ ਹੋਵੇ ਉਹਨੂੰ ਟਿਕਟ ਨਹੀਂ ਮਿਲੀ, ਗੁੱਸਾ ਜਾਇਜ਼ ਹੁੰਦਾ। ਪਰ ਉਹ ਗੁੱਸਾ ਹੁਣ ਸ਼ਾਂਤ ਹੋ ਚੁੱਕਾ। ਸਾਰੇ ਭਰਾ ਜਿਹੜੇ ਆ ਉਹ ਰਲ ਕੇ ਮੇਰੇ ਨਾਲ ਚੱਲਣ ਲਈ ਤਿਆਰ ਆ। ਕੋਈ ਇਹੋ ਜਿਹੀ ਸਾਡੇ ਵਿੱਚ ਕੋਈ ਮਤਭੇਦ ਨਹੀਂ। ਤੁਸੀਂ ਸਾਰੀਆਂ ਪਾਰਟੀਆਂ ਦੇ ਵਿੱਚ ਰਹਿ ਚੁੱਕੇ ਹੋਏ ਹੋ। ਸ਼੍ਰੋਮਣੀ ਅਕਾਲੀ ਦਲ ਇੱਕ ਵੱਡੀ ਪਾਰਟੀ ਆ, ਕਾਂਗਰਸ ਆ, ਔਰ ਕਾਂਗਰਸ ਦੇ ਵਿੱਚ ਤੁਸੀਂ ਕਿਤੇ ਨਾ ਕਿਤੇ ਇਹ ਕਿਹਾ ਸੀ ਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਹੋਰਾਂ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕੀ, ਫਿਰ ਵਾਅਦੇ ਨਿਭਾਏ ਨਹੀਂ, ਤੇ ਤੁਸੀਂ ਕਿਹਾ ਕਿ ਮੇਰਾ ਦਮ ਘੁੱਟਦਾ ਇੱਥੇ। ਜਿਹੜੀ ਆਪਸੀ ਖਾਨਾ ਜੰਗੀ ਆ, ਕੈਪਟਨ ਅਮਰਿੰਦਰ ਸਿੰਘ ਨੂੰ ਵੀ ਉਹਨਾਂ ਦੀ ਗੱਦੀ ਤੋਂ ਲਾ ਕੇ ਪਾਸੇ ਕਰ ਦਿੱਤਾ ਗਿਆ। ਫਿਰ ਚੰਨੀ ਸਾਹਿਬ ਨੇ ਬਹੁਤ ਚੰਗਾ ਇੰਪ੍ਰੈਸ਼ਨ ਜਮਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਦੇ ਉੱਤੇ ਕਿ 4.5 ਜਿਹੜੇ ਸਾਲ ਦੇ ਵਿੱਚ ਜੇ ਕੈਪਟਨ ਸਾਹਿਬ ਨਹੀਂ ਕੁਝ ਕਰ ਸਕੇ ਤੇ ਦੇਖੋ ਜੀ ਮੈਂ 2-3 ਮਹੀਨਿਆਂ 'ਚ ਬੜਾ ਕੰਮ ਕਰ ਦਿੱਤਾ। ਪਰ ਉਹਦੇ ਬਾਵਜੂਦ ਆਪਸੀ ਖਾਨਾ ਜੰਗੀ, ਨਵਜੋਤ ਸਿੰਘ ਸਿੱਧੂ ਵਰਸਸ ਚੰਨੀ, ਫਿਰ ਗਾਂ ਕੈਪਟਨ ਅਮਰਿੰਦਰ ਸਿੰਘ ਸੀਗੇ। ਕੀ ਲੱਗਦਾ, ਜੇ ਤੁਹਾਡੇ ਤਜਰਬੇ ਤੋਂ ਦੇਖੀਏ, ਤੁਸੀਂ ਵਿੱਚ ਰਹੇ ਆ, ਕੰਮ ਕੀਤਾ, ਕਾਂਗਰਸ ਦੀ ਆਪਸੀ ਖਾਨਾ ਜੰਗੀ ਲੈ ਕੇ ਕਿੱਧਰ ਨੂੰ ਜਾਊਗੀ? ਵੇਖੋ, ਜਿਹੜੀ ਕਾਂਗਰਸ ਦੀ ਖਾਨਾ ਜੰਗੀ ਨੇ ਕਾਂਗਰਸ ਦਾ ਜਿਹੜਾ ਬੇੜਾ ਡੋਬ ਦੇਣਾ। ਕਿਉਂਕਿ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਹੈ, ਚੰਨੀ ਸਾਹਿਬ ਦੀ ਗੱਲ ਕੀਤੀ ਹੈ। ਜੇ ਚੰਨੀ ਸਾਹਿਬ ਕਿਤੇ ਕਿਸੇ ਦੇ ਸਿਰ ਤੇ ਹੱਥ ਰੱਖ ਕੇ ਆਉਂਦੇ ਆ, ਸਿੱਧੂ ਸਾਹਿਬ ਬਰਾਬਰ ਤੇ ਜਾ ਕੇ ਬੰਦਾ ਖੜਾ ਕਰਦੇ ਆ। ਜੇ ਸਿੱਧੂ ਸਾਹਿਬ ਕਿਸੇ ਨੂੰ ਕਹੋ ਕਿ ਆਉਂਦੇ, ਚੰਨੀ ਸਾਹਿਬ ਉੱਥੇ ਚਲੇ ਜਾਂਦੇ ਆ। ਕੈਪਟਨ ਅਮਰਿੰਦਰ ਸਿੰਘ ਜਿਹੜੇ ਆ, ਉਹਨਾਂ ਨੇ ਵੇਖੋ ਜਿਹੜਾ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੇ ਪੂਰਾ ਡਾਟਾ ਦਿੱਤਾ ਹੋਇਆ ਵੀ ਇੰਨੇ ਕਰੋੜ ਮੈਂ ਹਲਕਿਆਂ 'ਚ ਦਿੱਤਾ। ਉਹਨਾਂ ਨੇ ਵੀ ਸਾਰੀਆਂ ਜਿਹੜੀਆਂ ਕਾਂਗਰਸ ਦੇ ਵਿੱਚ ਜਿੰਨਾ ਪੈਸਾ ਉਹਨਾਂ ਨੇ ਦਿੱਤਾ ਸੀ, ਉਹਨਾਂ ਨੇ ਸਾਰੀ ਗੱਲ ਬਾਹਰ ਲੈ ਆਂਦੀ। ਉਹ ਪੈਸਾ ਅੱਜ ਪੰਜਾਬ ਵਿੱਚ ਕਿਤੇ ਵੀ ਲੱਗਾ ਦਿਖਦਾ ਨਜ਼ਰ ਨਹੀਂ ਆਉਂਦਾ। ਜਿਹੜੀ ਕਾਂਗਰਸ ਦੀ ਆਪਸੀ ਜਿਹੜੀ ਲੜਾਈ ਹੈ, ਉਹ ਤਾਂ ਲੋਕਾਂ ਦੇ ਸਾਹਮਣੇ ਜੱਗ ਜ਼ਾਹਿਰ ਹੈ। ਉਸ ਲੜਾਈ ਨੇ ਜਿਹੜੀ ਕਾਂਗਰਸ ਪਾਰਟੀ ਆ, ਜਦੋਂ ਕਿਉਂਕਿ ਉੱਥੇ ਇੱਕ CM ਦੀ ਦੌੜ ਲੱਗੀ ਹੋਈ ਹੈ, ਮੁੱਖ ਮੰਤਰੀ ਬਣਨ ਦੀ ਦੌੜ ਲੱਗੀ ਹੋਈ ਹੈ, ਜਿਹੜੀ ਉਹ ਦੌੜ ਆ, ਉਸ ਦੌੜ ਨੇ ਉਹਨਾਂ ਦਾ ਜਿਹੜਾ ਬੇੜਾ ਉਹ ਡੋਬ ਕੇ ਰੱਖ ਦੇਣਾ। ਤਨਵੀਰ ਗਿੱਲ ਹੋਰਾਂ ਦੇ ਨਾਲ ਇੰਟਰਵਿਊ ਕੀਤੀ ਤੇ ਉਹਨਾਂ ਨੇ ਕਿਹਾ ਕਿ ਮੇਨ ਜਿਹੜਾ ਮੁਕਾਬਲਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਵਿੱਚ ਹੀ ਆ, ਔਰ ਆਮ ਆਦਮੀ ਪਾਰਟੀ ਦਾ ਕੋਈ ਆਧਾਰ ਤੱਕ ਨਹੀਂ ਆ ਮਾਝੇ ਦੇ ਵਿੱਚ। ਕੀ ਕਹਿਣਾ ਚਾਹੋਗੇ, ਵਾਕਈ ਆਧਾਰ ਨਹੀਂ? ਤਲਵੀਰ ਸਿੰਘ ਗਿੱਲ ਵੇਖੋ, ਮੈਂ ਵੀ ਇਕੱਠੇ ਹੀ ਰਹੇ ਜੀ। ਉਹ ਹੁਣ ਸਾਡਾ ਭਰਾ, ਗੱਲਾਂ ਵੇਖੋ ਕਰ ਲੈਣੀਆਂ ਬੜੀਆਂ ਸੌਖੀਆਂ ਹੁੰਦੀਆਂ, ਪਰ ਜਦ ਦਿਨ ਰਿਜ਼ਲਟ ਆਉਣਗੇ ਉਸ ਦਿਨ ਤਲਵੀਰ ਸਿੰਘ ਗਿੱਲ ਨੂੰ ਐ ਸਾਹਮਣੇ ਸ਼ੀਸ਼ਾ ਦਿਖ ਜਾਣਾ ਜੀ ਵੀ ਲੜਾਈ ਆਮ ਪਾਰਟੀ ਦੀ ਹੈ ਕਿ ਅਕਾਲੀ ਦਲ ਦੀ। ਅਕਾਲੀ ਦਲ ਤਾਂ ਮੈਨੂੰ ਲੱਗਦਾ ਕਿਸੇ ਪਿਕਚਰ 'ਚ ਨਹੀਂ ਹੈਗਾ ਜੀ ਪੰਜਾਬ ਦੇ ਵਿੱਚ। ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਨੂੰ 10 ਤੋਂ 12 ਸੀਟਾਂ ਆਉਣ, ਜਿਹੜੇ ਹਾਲਾਤ ਆ। ਕਿਉਂਕਿ ਉਹ ਅੱਜ ਜੋ ਮਰਜ਼ੀ ਕਹੀ ਜਾਣ, ਅਕਾਲੀ ਦਲ ਜਿਹੜਾ ਵਾ, ਅਕਾਲੀ ਦਲ ਰਿਹਾ ਹੀ ਨਹੀਂ। ਅਕਾਲੀ ਦਲ ਜਿੰਨਿਆਂ ਮੁੱਦਿਆਂ ਤੇ ਜਿਹੜੀ ਸ਼ਹੀਦਾਂ ਦੀ ਜਥੇਬੰਦੀ ਸੀ, ਉਹਨਾਂ ਮੁੱਦਿਆਂ ਨੂੰ ਤੇ ਉਹਨਾਂ ਨੇ ਵਸਾਰਤਾ। ਉਹਨਾਂ ਨੇ ਵੇਖੋ, ਜੇ ਆਪਾਂ ਗੁਰੂ ਸਾਹਿਬ ਦੀ ਗੱਲ ਕਰ ਲਈਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਨਰਾਦਰ ਉਹਨਾਂ ਦੇ ਰਾਜ ਵਿੱਚ ਹੋਇਆ। ਉਹਨਾਂ ਦੇ ਰਾਜ ਵਿੱਚ ਨਰਾਦਰ ਹੋਇਆ ਹੋਵੇ, ਫਿਰ ਜਿਹੜੇ ਬੰਦਿਆਂ ਤੇ ਉਂਗਲ ਉੱਠਦੀ ਸੀ, ਉਹਨਾਂ ਲੋਕਾਂ ਨੂੰ ਸਜ਼ਾ ਦਿਵਾਉਣ ਦੀ ਬਜਾਏ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਮਾਫੀਆਂ ਉਹਨਾਂ ਨੇ ਦਵਾਈਆਂ। ਉਹ ਵੀ ਲੋਕਾਂ ਦੇ ਸਾਹਮਣੇ ਆ। ਔਰ ਜਿਹੜਾ ਅਕਾਲੀ ਦਲ ਦੀ ਗੱਲ ਕਰਦੇ ਆ ਲੋਕ, ਜਿਹੜੇ ਪੰਜਾਬ ਦੇ ਪੰਜਾਬੀ ਲੋਕ ਆ, ਗੁਰੂ ਸਾਹਿਬ ਨੂੰ ਮੰਨਣ ਵਾਲੇ ਲੋਕ ਆ, ਉਹ ਅਕਾਲੀ ਦਲ ਤੋਂ ਹੁਣ ਮੁੱਖ ਮੋੜ ਗਏ ਆ। ਉਹ ਹੁਣ ਆਪਣੀ ਜਿਹੜੀ ਹੋਂਦ ਬਚਾਉਣ ਲਈ ਇਹ ਗੱਲਾਂ ਕਰ ਰਹੇ ਆ। ਬਾਕੀ ਕੋਈ ਇਹੋ ਜਿਹੀ ਗੱਲ ਨਹੀਂ। ਆਮ ਆਦਮੀ ਪਾਰਟੀ ਦੇ ਉੱਤੇ ਹੁਣ ਇਹ ਦੋਸ਼ ਬਹੁਤ ਵੱਡੇ ਪੱਧਰ ਤੇ ਲੱਗ ਰਿਹਾ ਵੀ ਉਹ ਟਿਕਟਾਂ ਦੇ ਰਹੇ ਆ ਭ੍ਰਿਸ਼ਟ ਲੋਕਾਂ ਨੂੰ, ਜਦ ਕਿ ਆਮ ਆਦਮੀ ਪਾਰਟੀ ਦੀ ਪਹਿਚਾਣ ਇਹ ਸੀ ਕਿ ਇਮਾਨਦਾਰੀ ਹੋਣੀ ਚਾਹੀਦੀ ਆ। ਕੁਝ ਦਿਨ ਪਹਿਲਾਂ ਕੇਜਰੀਵਾਲ ਹੋਰਾਂ ਨੇ ਵੀ ਕਿਹਾ ਕਿ ਭਗਵੰਤ ਮਾਨ ਨੂੰ CM ਚਿਹਰਾ ਐਲਾਨਣ ਦਾ ਮਤਲਬ ਆ ਕਿਉਂਕਿ ਇਹ ਕੱਟੜ ਇਮਾਨਦਾਰ ਆ। ਦੂਜੇ ਪਾਸੇ ਵਲਟੋਆ ਸਾਹਿਬ ਦਾ ਕਹਿਣਾ ਹੈ ਕਿ ਜੇ ਭਗਵੰਤ ਮਾਨ ਨੂੰ CM ਚਿਹਰਾ ਇਹਨਾਂ ਨੇ ਐਲਾਨਿਆ ਹੈਗਾ ਤੇ ਭਗਵੰਤ ਮਾਨ ਮੁੱਖ ਮੰਤਰੀ ਬਣ ਵੀ ਜੇ ਜਾਂਦੇ ਆ ਤੇ ਉਹਨਾਂ ਨੇ ਕਿਹਾ ਕਿ ਸਾਰੇ ਪੰਜਾਬ ਨੂੰ ਸ਼ਰਾਬ ਤੇ ਲਾ ਦੇਣਗੇ। ਵੇਖੋ ਜੀ, ਜਿਹੜੇ ਵਲਟੋਆ ਸਾਹਿਬ ਦੀ ਗੱਲ ਆ, ਉਹ ਤਾਂ ਪਹਿਲੀ ਗੱਲ ਤਾਂ ਇਹ ਹੈ ਜੀ, ਉਹ ਤਾਂ ਉਹਨਾਂ ਦੀਆਂ ਗੱਲਾਂ ਤੇ ਯਕੀਨ ਕਰਨਾ, ਸਾਡੇ ਇਲਾਕੇ ਦੇ ਲੋਕ ਉਹਨਾਂ ਨੂੰ ਜਾਣਦੇ ਆ। ਉਹ ਤਾਂ ਜੀ ਜਿਹੜੀ ਉਹਨਾਂ ਦੀ ਗੱਲ ਆ, ਉਹ ਤਾਂ ਇੱਥੇ ਜੇ ਕੋਈ ਬਾਬਾ ਉਹਨੂੰ ਵੀ ਗਾਲਾਂ ਕੱਢਦੇ ਆ, ਜੇ ਕੋਈ ਲੀਡਰ ਆ ਉਹਨੂੰ ਵੀ ਗਾਲਾਂ ਕੱਢਦੇ ਆ। ਉਹ ਆਪ ਜਿਹੜਾ ਵਾ ਬੜਾ ਦੁੱਧ ਧੋਤਾ ਹੋਣ ਦੀ ਮਤਲਬ ਗੱਲ ਕਰਦੇ ਆ। ਤੇ ਜਦੋਂ ਕਿ ਜਿਹੜਾ ਉਹਨਾਂ ਦਾ ਚਿਹਰੇ ਤੇ ਮਖੌਟਾ ਉਹ ਹੋਰ ਆ ਤੇ ਅੰਦਰੂਨੀ ਜਿਹੜਾ ਉਹ ਹੋਰ ਆ। ਇੱਥੇ ਤੁਸੀਂ ਹਲਕੇ ਦੇ ਵਿੱਚ ਲੋਕਾਂ ਨੂੰ ਜਾ ਕੇ ਪੁੱਛੋ ਵੀ ਉਹਨਾਂ ਦਾ ਕਿਰਦਾਰ ਤੇ ਕਰੈਕਟਰ ਕੀ ਹੈ। ਦੂਜੀ ਗੱਲ ਜਿਹੜੀ ਉਹ ਕਰਦੇ ਆ ਭਗਵੰਤ ਸਿੰਘ ਮਾਨ ਦੀ, ਭਗਵੰਤ ਸਿੰਘ ਮਾਨ ਨੂੰ ਕੇਜਰੀਵਾਲ ਸਾਹਿਬ ਨੇ ਨਹੀਂ ਮੁੱਖ ਮੰਤਰੀ ਐਲਾਨਿਆ, ਲੋਕਾਂ ਨੇ ਐਲਾਨਿਆ। ਲੋਕਾਂ ਦੀ ਰਾਏ ਲੈ ਕੇ, ਲੋਕਾਂ ਨੂੰ ਪੁੱਛ ਕੇ
ਫਿਰ ਜਦ ਲੋਕਾਂ ਨੇ ਉਹਨਾਂ ਦੇ ਹੱਕ ਵਿੱਚ ਵੋਟ ਕੀਤੀ ਤਾਂ ਸੀਐਮ ਐਲਾਨਿਆ, ਲੋਕਾਂ ਦੀ ਮੰਗ ਤੇ ਉਹਨਾਂ ਨੂੰ ਸੀਐਮ ਦਾ ਅਨਾਉਂਸ ਕੀਤਾ। ਹੁਣ ਕੀ ਲੱਗਦਾ ਹੈ ਕਿ ਤੁਹਾਡੇ ਇਲਾਕੇ ਦੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ, ਪਹਿਲੀ ਤਾਂ ਗੱਲ ਦੇਖਿਆ ਜਾਵੇ ਪੂਰੇ ਪੰਜਾਬ ਦੇ ਮੁਕਾਬਲੇ ਇਹ ਕਿਉਂਕਿ ਸਰਹੱਦੀ ਏਰੀਆ ਹੈਗਾ, ਇਹਦੀਆਂ ਕੁਝ ਹੋਰ ਹੀ ਤਰ੍ਹਾਂ ਦੀਆਂ ਲੋੜਾਂ, ਕੁਝ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ, ਕੀ ਲੱਗਦਾ ਹੈ ਕਿ ਦੂਜੀਆਂ ਪਾਰਟੀਆਂ ਨੂੰ ਟੱਕਰ ਦੇਣ ਦੇ ਲਈ ਜਾਂ ਜੇ ਤੁਸੀਂ ਆਪਣੇ ਲੋਕਾਂ ਦੇ ਨਾਲ ਗੱਲ ਕਰਨੀ ਆ ਤੇ ਕਿਤੇ ਨਾ ਕਿਤੇ ਲੋਕਾਂ ਦਾ ਵਿਸ਼ਵਾਸ ਇੱਥੇ ਵੀ ਥੜਕਦਾ ਕਿ ਪਹਿਲਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਫਿਰ ਪੀਪੀਪੀ ਦੇ ਵਿੱਚ, ਫਿਰ ਤੁਸੀਂ ਕਾਂਗਰਸ ਦੇ ਵਿੱਚ, ਹੁਣ ਤੁਸੀਂ ਆਮ ਆਦਮੀ ਪਾਰਟੀ 'ਚ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜੇ ਤੁਸੀਂ ਆਪਣੇ ਆਪ ਨੂੰ ਜਸਟੀਫਾਈ ਕਰਦੇ ਆ ਕਿ ਮੇਰੀ ਆਹ ਕਾਰਨ ਰਹੇ ਇਹਨਾਂ ਨੂੰ ਛੱਡਣ ਦੇ, ਤੇ ਹੁਣ ਜਿਸ ਤਰ੍ਹਾਂ ਵਲਟੋਹਾ ਸਾਹਿਬ ਇੱਕ ਲੰਬੀ ਲਿਸਟ ਸੁਣਾਉਂਦੇ ਆ ਕਿ ਮੈਂ ਆਹ ਕੀਤਾ, ਮੈਂ ਇੱਥੇ ਆਹ ਕੀਤਾ, ਉਹਨਾਂ ਦੇ ਮੁਕਾਬਲੇ ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਕੀ ਕੀਤਾ ਇਲਾਕੇ ਦੇ ਲੋਕਾਂ ਲਈ? ਸਮੱਸਿਆਵਾਂ ਅਸਲ ਦੇ ਵਿੱਚ ਕੀ ਹੈ ਇੱਥੋਂ ਦੇ ਲਈ, ਤੇ ਆਉਣ ਵਾਲੇ ਦਿਨਾਂ 'ਚ ਤੁਸੀਂ ਕਰੋਗੇ ਕੀ ਜੇ ਤੁਹਾਨੂੰ ਉਹ ਜਿਤਾਉਣ ਤੇ? ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਜੀ ਉਹ ਮੇਰੇ ਤੋਂ ਥਿੜਕਿਆ ਨਹੀਂ, ਲੋਕਾਂ ਦਾ ਵਿਸ਼ਵਾਸ ਮੇਰੇ ਨਾਲ ਬੱਝਾ ਹੈ। ਜਿਹੜੀ ਮੈਂ ਪਾਰਟੀ ਦੇ ਵਿੱਚ ਵੀ ਕੰਮ ਕੀਤਾ ਹੈ, ਮੈਂ ਨਿਸ਼ਕਾਮ ਸੇਵਾ ਕੀਤੀ ਹੈ। ਜੇ ਮੈਂ ਅਕਾਲੀ ਦਲ ਦੇ ਵੀ ਵਿੱਚ ਰਿਹਾ, ਮੇਰੇ ਤੇ ਕੋਈ 5 ਪੈਸੇ ਦੀ ਕੋਈ ਉਂਗਲ ਕਰਦੇ, ਕੋਈ ਵਰਕਰ ਕਰਦੇ, ਕੋਈ ਲੀਡਰ ਕਰਦੇ ਜਾਂ ਕੋਈ ਇਲਾਕੇ ਦੇ ਵਿੱਚੋਂ ਕਰਦੇ, ਲੋਕ ਇਹ ਗੱਲ ਸਮਝਦੇ ਆ ਕਿ ਮੇਰੇ ਨਾਲ ਧੱਕਾ ਹੋਇਆ, ਇਹ ਪਾਰਟੀਆਂ ਨੇ ਮੈਨੂੰ ਵਰਤਿਆ, ਜੂਝ ਕੀਤਾ, ਜੂਝ ਕਰਕੇ ਇਸ ਬੰਦੇ ਨੂੰ ਕਿਨਾਰੇ ਕਰਤਾ। ਅੱਜ ਲੋਕਾਂ ਦੀ ਹਮਦਰਦੀ ਮੇਰੇ ਨਾਲ ਹੈ। ਜਿੰਨਾ ਵੱਡਾ ਹੰਗਾਰਾ ਮੈਨੂੰ ਮਿਲ ਰਿਹਾ, ਜਿੰਨਾ ਮੈਨੂੰ ਪਿਆਰ ਮਿਲ ਰਿਹਾ, ਉਹ ਲੋਕਾਂ ਦੀ ਹਮਦਰਦੀ, ਲੋਕਾਂ ਦੀ ਸਿਮਤੀ ਮੇਰੇ ਨਾਲ ਹੈ। ਦੂਜੀ ਗੱਲ ਰਹੀ ਹਲਕੇ ਦੀਆਂ ਜਿਹੜੀਆਂ ਪ੍ਰੋਬਲਮਾਂ, ਹਲਕਾ ਜਿਹੜਾ ਸਾਡਾ ਜੀ ਬਿਲਕੁਲ ਪਛੜਿਆ ਹੋਇਆ, ਇੱਥੇ ਪ੍ਰੋਬਲਮਾਂ ਹੀ ਪ੍ਰੋਬਲਮਾਂ। ਇੱਥੇ ਨਾ ਤਾਂ ਕੋਈ ਰੁਜ਼ਗਾਰ ਆ, ਨਾ ਕੋਈ ਚੰਗਾ ਹਸਪੀਟਲ ਆ, ਨਾ ਕੋਈ ਚੰਗਾ ਸਕੂਲ ਆ, ਔਰ ਨਾ ਹੀ ਕੋਈ ਚੰਗੀ ਇੰਡਸਟਰੀ ਆ। ਇੱਥੇ ਜਿਹੜਾ ਸਾਡਾ ਜੇ ਹਲਕਾ, ਇਹਦੇ ਲਈ ਬਹੁਤ ਕੁਝ ਕਰਨ ਦੀ ਲੋੜ ਆ। ਨਾਲੇ ਇੱਥੇ ਤਾਂ ਉਲਟਾ ਜਿਹੜੇ ਪਹਿਲੇ ਲੀਡਰ ਰਹੇ ਆ, ਉਹਨਾਂ ਨੇ ਕੁਝ ਦੇਣ ਦੀ ਬਜਾਏ ਲੋਕਾਂ ਨੂੰ ਆਪਸੀ ਵਿੱਚ ਲੜਾਇਆ ਹੈ, ਲੋਕਾਂ ਦੇ ਵੈਰ ਪਵਾਏ ਆ, ਲੋਕਾਂ ਦੇ ਕਤਲ ਕਰਵਾਏ ਆ, ਜਦੋਂ ਕਿ ਲੋਕ ਇਹਨਾਂ ਚੀਜ਼ਾਂ ਤੋਂ ਬਾਹਰ ਆਉਣਾ ਚਾਹੁੰਦੇ ਆ। ਤੇ ਮੈਨੂੰ ਵਿਸ਼ਵਾਸ ਹੈ ਕਿ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਕੇ ਤੁਰਿਆ, ਸੱਚੇ ਪਾਤਸ਼ਾਹ ਕਿਰਪਾ ਕਰੂਗਾ। ਇਸ ਹਲਕੇ ਨੂੰ ਮੈਂ ਪੂਰਾ ਆਪਣਾ ਦਿਲੋਂ ਜ਼ੋਰ ਲਾ ਦੂੰਗਾ ਜੀ ਇਸ ਹਲਕੇ ਦੀਆਂ ਸਮੱਸਿਆ ਨੂੰ ਹੱਲ ਕਰਨ ਲਈ, ਔਰ ਇਸ ਹਲਕੇ ਨੂੰ ਚੰਗਾ ਜਿਹੜਾ ਰਾਜ ਦੇਣ ਲਈ ਉਹ ਮੈਂ ਪੂਰੀ ਕੋਸ਼ਿਸ਼ ਮੇਰੀ ਜਾਰੀ ਹੋਊਗੀ। ਕਿਉਂਕਿ ਤੁਸੀਂ ਪੰਜਾਬ ਨਾਲ ਸੰਬੰਧ ਰੱਖਦੇ ਹੋ ਤੇ ਪੰਜਾਬ ਦੇ ਲੋਕ ਜਿਸ ਤਰ੍ਹਾਂ ਆਪਣੀਆਂ ਜ਼ਮੀਨਾਂ ਦੇ ਨਾਲ ਜੁੜੇ ਹੋਏ ਆ, ਉਸੇ ਤਰ੍ਹਾਂ ਆਪਣੇ ਸਿੰਘਾਂ ਦੇ ਨਾਲ ਵੀ ਬਹੁਤ ਹਮਦਰਦੀ ਰੱਖਦੇ ਆ। ਕਿਤੇ ਨਾ ਕਿਤੇ ਇਹ ਗੱਲ ਬਾਰ-ਬਾਰ ਸਾਹਮਣੇ ਆਉਂਦੀ ਆ ਵੀ ਦਿੱਲੀ ਸਰਕਾਰ ਜਿੱਥੇ ਭੂਮਿਕਾ ਨਿਭਾ ਸਕਦੀ ਸੀ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੇ ਵਿੱਚ, ਉੱਥੇ ਕੇਜਰੀਵਾਲ ਸਾਹਿਬ ਇੱਕ ਕਦਮ ਪਿੱਛੇ ਹੋਏ ਆ। ਇਸ ਚੀਜ਼ ਦੇ ਉੱਤੇ ਤੁਹਾਡਾ ਕੀ ਸਟੈਂਡ ਹੋਊਗਾ ਕੱਲ ਨੂੰ? ਜੇ ਤੁਹਾਡਾ ਸਟੈਂਡ ਇਸ ਚੀਜ਼ ਨਾਲ ਹੈਗਾ ਕਿ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਆ, ਤਾਂ ਕੀ ਕੱਲ ਨੂੰ ਆਮ ਆਦਮੀ ਪਾਰਟੀ ਦੇ ਨਾਲ ਵੀ ਤੁਹਾਡੀ ਕਿਤੇ ਨਾ ਕਿਤੇ ਉਮੀਦ ਕਰ ਸਕਦੇ ਆ ਵੀ ਲੜਾਈ ਹੋਊਗੀ ਜੇ ਉਹ ਇਸ ਚੀਜ਼ ਤੇ ਸਟੈਂਡ ਨਹੀਂ ਲੈਂਦੇ? ਬਿਲਕੁਲ ਜੀ। ਮੈਂ ਵੇਖੋ ਪਹਿਲੀ ਗੱਲ ਤਾਂ ਜਿਹੜੀਆਂ ਉਹ ਗੱਲਾਂ ਉਹ ਛੇਤੀ ਕੇਜਰੀਵਾਲ ਸਾਹਿਬ, ਸਾਡੇ ਭਗਵੰਤ ਸਿੰਘ ਮਾਨ ਪ੍ਰਧਾਨ ਸਾਹਿਬ, ਉਹ ਕਲੀਅਰ ਕਰ ਹੀ ਰਹੇ, ਕਰ ਦੇਣਗੇ। ਇਹ ਜਿਹੜੇ ਵਿਰੋਧੀ ਧਿਰਾਂ ਹੈ, ਇਹ ਜਾਣ ਬੁੱਝ ਕੇ ਜਦੋਂ ਇਹ ਆਪ ਉਹਨਾਂ ਨਾਲ ਰਲੇ ਹੋਏ ਡੇਰੇ ਵਾਲੇ ਨਾਲ ਇਹਨਾਂ ਦੇ ਸਬੰਧ ਨੇ, ਇਹ ਜਿਹੜੇ ਆ ਇਹ ਅਕਾਲੀ ਦਲ ਨਾ ਤਾਂ ਉਹ ਕੋਈ ਪੰਥ ਆ। ਕੇਜਰੀਵਾਲ ਸਾਹਿਬ ਜਿਹੜੇ ਉਹਦਾ ਸੋਚ, ਵੱਡੀ ਸੋਚ ਦੇ ਮਾਲਕ ਆ, ਉਹ ਕਦੀ ਵੀ ਇੱਕ ਖਿੱਤੇ ਨਾਲ ਜਾਂ ਇੱਕ ਕੌਮ ਦੇ ਨਾਲ ਵਿਤਕਰਾ ਨਹੀਂ ਕਰ ਸਕਦੇ। ਉਹ ਤਾਂ ਹਮੇਸ਼ਾ ਸਾਂਝੀਵਾਲਤਾ ਦਾ ਜਿਹੜਾ ਉਹ ਸੰਦੇਸ਼ ਦਿੰਦੇ ਆ। ਜਿੱਥੋਂ ਤੱਕ ਰਿਹਾਈ ਦੀ ਗੱਲ ਹੈ, ਵੇਖੋ ਜੀ ਮੈਂ ਆਪ ਇੱਕ ਪੰਥਕ ਪਰਿਵਾਰ ਦੇ ਵਿੱਚੋਂ ਆ। ਮੈਂ ਭਾਈ ਦਵਿੰਦਰ ਸਿੰਘ ਜੀ ਦਵਿੰਦਰ ਭੁੱਲਰ ਜੀ, ਉਹਨਾਂ ਦੀ ਰਿਹਾਈ ਲਈ ਜਿਹੜੀ ਠੋਕ ਵਜਾ ਕੇ ਮੈਂ ਜਿਹੜਾ ਆਪਣੀ ਪਾਰਟੀ ਦੇ ਵਿੱਚ ਗੱਲ ਰੱਖਾਂਗਾ, ਔਰ ਉਹਨਾਂ ਨੂੰ ਜਿਹੜੀ, ਕਿਉਂਕਿ ਉਹ ਬਹੁਤ ਜ਼ਿਆਦਾ ਸਜ਼ਾ ਭੁਗਤ ਚੁੱਕੇ ਆ, ਔਰ ਉਹ ਜਿਹੜੀ ਇੱਕ ਉਹਨਾਂ ਦਾ ਹੱਕ ਬਣਦਾ ਕਿ ਉਹ ਜੇਲ੍ਹਾਂ ਦੇ ਵਿੱਚੋਂ ਬਾਹਰ ਆਉਣ, ਔਰ ਹਮੇਸ਼ਾ ਉਹਨਾਂ ਸਿੰਘਾਂ ਦੀ ਰਿਹਾਈ ਲਈ ਮੇਰੀ ਕੋਸ਼ਿਸ਼ ਜਾਰੀ ਰਹੂਗੀ। ਬੇਅਦਬੀ ਹੁੰਦੀ ਹੈ, ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਅਸੀਂ ਕਰਵਾਈ ਨਹੀਂ ਆ, ਪਰ ਇਹ ਇੱਕ ਦੁਖਦ ਗੱਲ ਆ ਕਿ ਸਾਡੇ ਰਾਜ ਦੇ ਦੌਰਾਨ ਹੋਈ। ਉਸ ਤੋਂ ਬਾਅਦ ਕਾਂਗਰਸ ਦਾ ਰਾਜ ਆਉਂਦਾ ਤੇ ਹੁਣ ਦਰਬਾਰ ਸਾਹਿਬ ਤੱਕ ਬੇਅਦਬੀ ਹੋ ਚੁੱਕੀ ਔਰ ਬਹੁਤ ਸਾਰੀਆਂ ਗਿਣਤੀਆਂ ਹੋ ਚੁੱਕੀਆਂ, ਤੇ ਦੋਨੋਂ ਧਿਰਾਂ ਇਹ ਕਹਿੰਦੀਆਂ ਕਿ ਸਾਡੀ ਵਾਰੀ ਇੱਕ ਹੋਈ, ਤੁਹਾਡੀ ਵਾਰੀ ਇੰਨੀਆਂ ਹੋਈਆਂ, ਇਹ ਐਂ ਹੋਇਆ। ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੈ? ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਨਵਜੋਤ ਸਿੰਘ ਸਿੱਧੂ ਨੇ ਪੂਰੇ ਦਾ ਪੂਰਾ ਕਹਿ ਲਓ ਕਿ ਤਖਤਾ ਹੀ ਪਲਟਵਾ ਦਿੱਤਾ ਕਾਂਗਰਸ ਦਾ, ਤੇ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੋਊਗਾ ਜੇ ਤੁਸੀਂ ਸੱਤਾ ਦੇ ਵਿੱਚ ਆ ਜਾਂਦੇ ਆ, ਔਰ ਤੁਹਾਡਾ ਇੰਡੀਵਿਜੂਅਲੀ ਕੀ ਸਟੈਂਡ ਹੋਊਗਾ, ਤੇ ਆਮ ਆਦਮੀ ਪਾਰਟੀ ਕੀ ਜਿਹੜੀਆਂ ਲੋਕਾਂ ਨੂੰ ਇਸ ਚੀਜ਼ ਦੇ ਬਾਰੇ ਚ ਕਮਿਟ ਕਰੂਗੀ ਕਿ ਬੇਅਦਬੀਆਂ ਦਾ ਜਿਹੜਾ ਇਨਸਾਫ ਪੰਜਾਬ ਬਹੁਤ ਲੰਬੇ ਸਮੇਂ ਤੋਂ ਉਡੀਕ ਰਿਹਾ ਹੈ? ਜਿੱਥੋਂ ਤੱਕ ਗੁਰੂ ਸਾਹਿਬ ਦੇ ਨਰਾਦਰ ਦੀ ਗੱਲ ਹੈ ਜੀ, ਵੇਖੋ ਜੇ ਪਹਿਲੀ ਗੱਲ ਤਾਂ ਇਹ ਹੈ, ਇਹਨਾਂ ਲੋਕਾਂ ਨੂੰ ਜਿਹੜੇ ਸਾਡੇ ਸਿਆਸੀ ਲੀਡਰ ਨੇ, ਜਿਹੜੇ ਗੁਰੂ ਸਾਹਿਬ ਦੇ ਨਾਂ ਤੇ ਸਿਆਸਤ ਕਰਦੇ ਆ, ਉਹਨਾਂ ਨੂੰ ਬਹੁਤ ਵੱਡਾ ਭੁਲੇਖਾ ਹੈ। ਗੁਰੂ ਗ੍ਰੰਥ ਸਾਹਿਬ ਕੋਈ ਆਮ ਗੱਲ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਗੁਰੂ ਆ। ਉਹਨਾਂ ਨੂੰ ਇੱਕ ਵਹਿਮ ਤਾਂ ਇਹ ਕੱਢ ਦੇਣਾ ਚਾਹੀਦਾ, ਜਦੋਂ ਕਿ ਰੱਬ ਨੂੰ ਜੇ ਕਹੀਏ ਵੀ ਇਹ ਲੋਕ ਨਿਆਂ ਦੇਣਗੇ, ਪ੍ਰਮਾਤਮਾ ਨੇ ਜੇ ਇੱਥੇ ਇਹਨਾਂ ਨੇ ਕਿਤੇ ਗਲਤੀ ਕੀਤੀ, ਉਹਨਾਂ ਦੀ ਕਚਹਿਰੀ ਵਿੱਚ ਨਿਆਂ ਹੋ ਜਾਣਾ। ਕਿਸੇ ਤੋਂ ਕੋਈ ਬੰਦਾ ਵੀ ਜਿਹਦਾ ਵੀ ਹੱਥ ਹੋਇਆ, ਉਹ ਬੰਦਾ ਬਚ ਨਹੀਂ ਸਕਦਾ, ਨਾ ਤਾਂ ਇੱਥੋਂ ਜੱਗ ਤੋਂ ਬਚ ਸਕਦਾ, ਨਾ ਰੱਬ ਤੋਂ ਬਚ ਸਕਦਾ।
ਜਿੱਥੋਂ ਤੱਕ ਉਹਨਾਂ ਦੇ ਦੋਸ਼ੀਆਂ ਦੀ ਗੱਲ ਹੈ, ਜਿਹੜੀ ਆਮ ਆਦਮੀ ਪਾਰਟੀ ਦੇ ਸਟੈਂਡ ਦੀ ਗੱਲ ਹੈ, ਆਮ ਆਦਮੀ ਪਾਰਟੀ ਜਿਹੜੀ ਉਹ ਕਿਸੇ ਵੀ ਧਰਮ ਨਾਲ ਵੈਰ ਵਿਰੋਧ ਨਹੀਂ ਰੱਖਦੀ। ਜਦ ਕਿਸੇ ਵੀ ਗੁਰੂ ਘਰ ਜਾਂ ਕਿਸੇ ਹੋਰ ਧਰਮ ਦਾ ਜੇ ਕਿਤੇ ਨਰਾਦਰ ਹੁੰਦਾ, ਆਮ ਆਦਮੀ ਬਿਲਕੁਲ ਉਹਦੇ ਉਲਟ ਜਾ ਕੇ ਉਹਨਾਂ ਨੂੰ ਠੋਕ ਵਜਾ ਕੇ, ਜੇ ਅੱਜ ਗੁਰੂ ਸਾਹਿਬ ਦੀ ਨਰਾਦਰ ਦੀ ਗੱਲ ਹੈ, ਸਜ਼ਾਵਾਂ ਦਿਵਾਉਣ ਅਖੀਰ ਤੱਕ ਜਿਹੜੀ ਉਹ ਲੜਾਈ ਲੜਾਂਗੇ। ਔਰ ਜਿਹੜੇ ਦੋਸ਼ੀ ਹੈ ਉਹ ਬਿਲਕੁਲ ਉਹਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ, ਕਿਉਂਕਿ ਜਿਹੜੀ ਜਨਤਾ ਹੈ, ਜਿਹੜੇ ਲੋਕ ਹੈ, ਉਹ ਇਹ ਰੌਲਾ ਤਾਂ ਲੋਕ ਬਹੁਤ ਪਾ ਰਹੇ ਆ, ਪਰ ਅਜੇ ਤੱਕ ਗੱਲ ਸਾਹਮਣੇ ਨਹੀਂ ਆਈ। ਜਿੱਥੋਂ ਤੱਕ ਅਕਾਲੀ ਦਲ ਦੀ ਗੱਲ ਹੈ ਜੀ, ਅਕਾਲੀ ਦਲ ਜਿਹੜਾ ਇਹਨਾਂ ਗੱਲਾਂ ਤੋਂ ਇਹ ਸਾਫ਼ ਗੱਲ ਆ, ਕੋਈ ਲੁਕੀ ਛਿਪੀ ਗੱਲ ਤਾਂ ਰਹੀ ਨਹੀਂ। ਜਦ ਤੁਹਾਡੇ ਰਾਜ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਨਰਾਦਰ ਕੀਤਾ, ਉਹਨਾਂ ਲੋਕਾਂ ਨੂੰ ਤੁਸੀਂ ਅਕਾਲ ਤਖ਼ਤ ਸਾਹਿਬ ਤੋਂ ਮਾਫੀ ਕਿਉਂ ਦਵਾਈ? ਉਹਦੇ ਲਈ ਜ਼ਿੰਮੇਵਾਰ ਫਿਰ ਤੁਸੀਂ ਵੀ ਜ਼ਿੰਮੇਵਾਰ ਹੋ। ਜਿਹੜੀ ਉਹਨਾਂ ਦੀ ਗੱਲ, ਜਿਹੜੇ ਸਾਡੇ ਸਿੰਘ ਉੱਥੇ ਵਿਚਾਰੇ ਸ਼ਾਂਤਮਈ ਧਰਨਾ ਲਾ ਕੇ ਬੈਠੇ ਸੀ, ਉਹਨਾਂ ਤੇ ਗੋਲੀਆਂ ਚਲਵਾਈਆਂ, ਉਹ ਕੌਣ, ਕਿਹਦੀ ਜ਼ਿੰਮੇਵਾਰੀ ਬਣਦੀ ਹੈ ਜੀ? ਤੁਸੀਂ ਜਿਹੜੇ ਬੰਦੇ ਇੱਥੇ ਗੁੰਡਾਗਰਦੀਆਂ ਕਰਦੇ ਆ, ਉਹਨਾਂ ਨੂੰ ਕੋਈ ਤੁਸੀਂ ਚਪੇੜ, ਤੁਹਾਡੇ ਰਾਜ ਦੇ ਵਿੱਚ ਚਪੇੜ ਨਹੀਂ ਵੱਜੀ। ਜਿਹੜੇ ਸ਼ਾਂਤਮਈ ਵਿਚਾਰੇ ਜਿਹੜੇ ਸਿੰਘ ਇੱਥੇ ਧਰਨਾ ਦੇ ਰਹੇ ਸੀ, ਉਹਨਾਂ ਉੱਤੇ ਗੋਲੀਆਂ ਚਲਵਾਤੀਆਂ। ਮੈਂ ਇੱਥੋਂ ਭਿੱਖੀਵਿੰਡ ਦੀ ਦੱਸਦਾ ਜੀ, ਜਿਹੜਾ ਵਿਰਸਾ ਸਿੰਘ ਵਲਟੋਆ, ਜਿਹੜਾ ਬੰਦਾ ਕਹਿੰਦਾ ਵੀ ਮੈਂ ਬੜਾ ਪੰਥ ਦਾ ਬੜਾ ਜੀ ਰਖਵਾਲਾ, ਉਹ ਬੰਦੇ ਇੱਕ ਮੇਰੇ ਮੱਖੀ ਪਿੰਡ ਦਾ ਜਥੇਦਾਰ ਆ ਜੀ। ਇੱਥੇ ਧਰਨਾ, ਮੈਂ ਵੀ ਉਸ ਧਰਨੇ ਦੇ ਵਿੱਚ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਹੋਇਆ ਸੀ, ਉਹ ਧਰਨੇ ਵਿੱਚ ਬੈਠਾ ਸੀ। ਇਹਦਾ ਰਾਜ ਸੀ, ਇਹਨੇ ਪੁਲਿਸ ਨੂੰ ਕਿਹਾ ਵੀ ਇਹਨਾਂ ਤੇ ਪਰਚਾ ਕਰੋ। ਦੂਜੇ ਤੀਜੇ ਦਿਨ ਉਹਦੇ ਮੁੰਡੇ ਦੀ ਬਰਾਤ ਚੜ੍ਹਨੀ ਸੀ, ਵਿਰਸਾ ਸਿੰਘ ਵਲਟੋਏ ਨੇ ਉਹਨੂੰ ਥਾਣੇ ਫੜਾਤਾ। ਅਗਲੇ ਦਿਨ ਉਹਦੀ ਬਰਾਤ ਚੜ੍ਹਨੀ ਸੀ, ਮੈਂ ਥਾਣੇ ਆ ਕੇ ਉੱਥੇ ਬੈਠ ਗਿਆ, ਉੱਥੇ ਧਰਨੇ ਦੇ ਵਿੱਚ। ਮੈਂ SHO ਨੂੰ ਕਿਹਾ ਵੀ ਜਾਂ ਤਾਂ ਤੂੰ ਮੈਨੂੰ ਵੀ ਅੰਦਰ ਦੇ, ਇਹ ਗੁਰੂ ਸਾਹਿਬ ਲਈ ਧਰਨਾ ਲਾ ਕੇ ਬੈਠਾ ਸੀ, ਮੈਂ ਵੀ ਗੁਰੂ ਸਾਹਿਬ ਲਈ ਬੈਠਾ ਸੀ, ਸਾਡੇ ਤੇ ਵੀ ਪਰਚੇ ਕਰਦੇ, ਜਾਂ ਮੈਂ ਇਹਨੂੰ ਨਾਲ ਲੈ ਕੇ ਜਾਊਂਗਾ, ਸਵੇਰੇ ਇਹਦੇ ਬੇਟੇ ਦੀ ਬਰਾਤ ਹੈ। ਫਿਰ ਰਾਤ ਉਹਨੂੰ ਛਡਾ ਕੇ ਫਿਰ ਉਹਦੀ ਬਰਾਤ ਚੜੀ। ਇਹ ਆ ਇਹਨਾਂ ਦੇ ਕਿਰਦਾਰ ਜਿਹੜੇ ਪੰਥ ਦੇ ਆਪਣੇ ਆਪ ਨੂੰ ਦਾਅਵੇਦਾਰ ਕਹਾਉਂਦੇ। ਸਰ, ਬਹੁਤ ਸਾਰੀਆਂ ਪਾਰਟੀਆਂ ਤੇ ਉਹਨਾਂ ਵਿੱਚੋਂ ਹੁਣ ਸੰਯੁਕਤ ਸਮਾਜ ਮੋਰਚਾ, ਕਿਸਾਨ ਆਗੂਆਂ ਨੇ ਵੀ ਆ ਕੇ ਆਪਣੀ ਇੱਕ ਪਾਰਟੀ ਬਣਾ ਲਈ ਆ। ਕੀ ਲੱਗਦਾ ਹੈ ਕਿ ਇਸ ਰਾਜਨੀਤਿਕ ਜਿਹੜੇ ਪੁਰਾਣੇ ਇਤਿਹਾਸ ਰੱਖਦੀਆਂ ਪਾਰਟੀਆਂ, ਉਹਨਾਂ ਦੇ ਸਾਹਮਣੇ ਕਿਸਾਨ ਆਗੂ, ਖਾਸ ਤੌਰ ਤੇ ਰਾਜੇਵਾਲ ਸਾਹਿਬ, ਇੱਕ ਜਿਨ੍ਹਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ SSM ਦੇ ਵੱਲੋਂ ਪੇਸ਼ ਕੀਤਾ ਜਾ ਰਿਹਾ, ਕੀ ਲੱਗਦਾ ਕਿ ਇਹ ਕੋਈ ਜਲਵਾ ਦਿਖਾ ਪਾਊਗੀ ਪਾਰਟੀ ਜਾਂ ਨਹੀਂ? ਵੇਖੋ ਜੀ, ਜਿੱਥੋਂ ਤੱਕ ਕਿਸਾਨ ਜਥੇਬੰਦੀਆਂ ਦਾ ਸਵਾਲ ਹੈ, ਪਹਿਲੀ ਗੱਲ ਤਾਂ ਵੇਖੋ ਸਾਡਾ ਤਾਂ ਸਿਰ ਝੁਕਦਾ ਜਿਹੜੀ ਉਹ ਲੜਾਈ ਲੜ ਕੇ ਆਏ ਸੀ, ਜਿਹੜੀ ਉਹਨਾਂ ਨੇ ਦਿੱਲੀ ਦੇ ਵਿੱਚ ਲੜਾਈ ਲੜੀ ਹੈ, ਉਹਨਾਂ ਨੂੰ ਸਲਾਮ ਕਰਨੀ ਬਣਦੀ ਹੈ। ਔਰ ਜਿੱਥੇ ਤੱਕ ਜਿਹੜੀ ਰਾਜਨੀਤੀ ਦੇ ਵਿੱਚ ਇਲੈਕਸ਼ਨਾਂ ਦੀ ਗੱਲ ਹੈ, ਵੇਖੋ ਹਰੇਕ ਦਾ ਹੱਕ ਹੁੰਦਾ, ਹਰੇਕ ਦਾ ਫਰਜ਼ ਬਣਦਾ ਵੀ ਜੇ ਉਹਨੇ ਲੜਨੀ ਇਲੈਕਸ਼ਨ ਜੀ ਸਦਕੇ ਲੜਨ। ਪਰ ਮੈਨੂੰ ਇੰਜ ਲੱਗਦਾ ਜਿਵੇਂ ਉਹ ਬਹੁਤ ਲੇਟ ਹੋ ਗਏ, ਜਾਂ ਤਾਂ ਕਿਸਾਨ ਸਾਰੇ ਭਰਾਵਾਂ ਨਾਲ ਸਲਾਹ ਕਰਕੇ ਉਹ ਮੈਦਾਨ 'ਚ ਆਉਂਦੇ, ਫਿਰ ਤਾਂ ਕੋਈ ਗੱਲ ਬਣ ਸਕਦੀ ਸੀ। ਪਰ ਜਿਹੜੇ ਹੁਣ ਉਹਨਾਂ ਨੇ ਆਪ ਹੁਦਰੇ, ਆਪਣੇ ਆਪ ਫੈਸਲੇ ਲਏ ਆ, ਹੁਣ ਮੈਨੂੰ ਲੱਗਦਾ ਵੀ ਉਹਨਾਂ ਦੀ ਇੱਥੇ ਕੋਈ ਗੱਲ ਬਣਨ ਵਾਲੀ ਨਹੀਂ। ਨਸ਼ੇ ਜਿਹੜਾ ਇੱਕ ਬਹੁਤ ਵੱਡਾ ਇਸ਼ੂ ਆ, ਤੇ ਖਾਸ ਤੌਰ ਤੇ ਜੇ ਮਾਝੇ ਦੇ ਵਿੱਚ ਦੇਖੀਏ ਤੇ ਪਿੰਡਾਂ ਦਾ ਦੌਰਾ ਕਰਦੇ ਦੇਖਦੇ ਆ ਕਿ ਆਮ ਹੀ ਨੌਜਵਾਨ ਝੂਲਦੇ ਜਿਹੜੇ ਆ ਨਸ਼ੇ ਦੇ ਵਿੱਚ ਨਜ਼ਰ ਆ ਜਾਂਦੇ ਆ। ਬਹੁਤ ਸਮਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਰਾਜ ਕਰ ਲਿਆ, ਕਾਂਗਰਸ ਨੇ ਵੀ ਕਰ ਲਿਆ। ਕੀ ਸੋਚਦੇ ਹੋ, ਕਿਉਂਕਿ ਤੁਸੀਂ ਪਹਿਲਾਂ ਇਹਨਾਂ ਪਾਰਟੀਆਂ ਦੇ ਵਿੱਚ ਵੀ ਰਹੇ ਆ, ਕਮੀ ਕਿੱਥੇ ਆ ਕਿ ਇਹ ਚੀਜ਼ ਖਤਮ ਹੀ ਨਹੀਂ ਹੋ ਰਹੀ? ਔਰ ਕਈ ਜਗ੍ਹਾ ਤੇ ਮਾਵਾਂ ਤੁਹਾਡੇ ਮਾਝੇ ਏਰੀਆ ਦੇ ਵਿੱਚ ਇੱਥੋਂ ਤੱਕ ਰੋਂਦੀਆਂ ਕਿ ਗਲੀਆਂ ਨਾਲੀਆਂ ਭਾਵੇਂ ਨਾ ਬਣਾਓ, ਘੱਟੋ ਘੱਟ ਬੱਚੇ ਜਿਹੜੇ ਰਾਹਾਂ ਤੋਂ ਤੁਰ ਕੇ ਘਰਾਂ ਤੱਕ ਪਹੁੰਚਣ, ਉਹ ਬੱਚੇ ਜਿਹੜੇ ਆ ਬਚ ਜਾਣ। ਇਹਦੇ ਉੱਤੇ ਤੁਹਾਡਾ ਕੀ ਸਟੈਂਡ? ਵੇਖੋ ਜੀ, ਜਿਹੜੀ ਕਮੀ ਹੈ, ਕਮੀ ਬਹੁਤ ਸਾਰੀਆਂ ਕਮੀਆਂ ਹੈ। ਜੇ ਨਸ਼ਿਆਂ ਦੇ ਵਿੱਚੋਂ ਨੌਜਵਾਨਾਂ ਨੂੰ ਬਾਹਰ ਲੈ ਕੇ ਆਉਣਾ, ਜੇ ਨਸ਼ਿਆਂ ਤੋਂ ਛੁਟਕਾਰਾ ਪਾਉਣਾ, ਪਹਿਲੀ ਗੱਲ ਤਾਂ ਇਹ, ਜਿਹੜਾ ਕੋਈ ਬੰਦਾ ਜਿਹੜੇ ਇਹ ਕੰਮ ਕਰਦੇ ਆ, ਉਹਨਾਂ ਦਾ ਕਿਸੇ ਕੀਮਤ ਤੇ ਜਿਹੜਾ ਲਿਹਾਜ਼ ਹੈ, ਜੇ ਤੁਸੀਂ ਉਹਨਾਂ ਦਾ ਲਿਹਾਜ਼ ਕਰੋਗੇ ਤੇ ਫਿਰ ਕਦੀ ਵੀ ਇਹ ਰੋਕ ਨਹੀਂ ਲੱਗ ਸਕਦੀ। ਦੂਜੀ ਗੱਲ, ਜੇ ਤੁਸੀਂ ਨੌਜਵਾਨਾਂ ਨੂੰ ਬਾਹਰ ਕੱਢਣਾ, ਉਹਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਪੈਣਗੇ, ਉਹਨਾਂ ਨੂੰ ਰੁਜ਼ਗਾਰ ਦੇਣਾ ਪਊਗਾ। ਜੇ ਤੁਸੀਂ ਉਹਨਾਂ ਨੂੰ ਕਿਤੇ ਕੰਮੇ ਲਾਓਗੇ, ਜੇ ਉਹਨਾਂ ਨੂੰ ਕੋਈ ਕੰਮ ਮਿਲੂਗਾ, ਤੇ ਮੈਨੂੰ ਲੱਗਦਾ ਹੈ ਕਿ ਨਸ਼ਿਆਂ ਤੋਂ ਫਿਰ ਛੁਟਕਾਰਾ ਹੋ ਸਕਦਾ। ਕਈ ਗੱਲਾਂ ਨਿਰਾ ਇਹ ਨਹੀਂ ਹੈਗਾ, ਹੋਰ ਵੀ ਕਈ ਇਸ਼ੂ ਨੇ ਇੱਥੇ। ਜਿਹੜਾ ਸਿਸਟਮ ਆ, ਸਾਡੇ ਸਿਸਟਮ ਦੇ ਵਿੱਚ ਵੀ ਬਹੁਤ ਨੁਕਸ ਹੈ। ਕਈ ਬੰਦੇ ਜਿਹੜੇ ਗਲਤ ਰਾਹਾਂ ਤੇ ਵੀ ਪਏ ਆ, ਉਹ ਛੱਡ ਕੇ ਬਾਹਰ ਆਉਣਾ ਚਾਹੁੰਦੇ ਆ, ਪਰ ਕਈ ਵਾਰੀ ਪ੍ਰਸ਼ਾਸਨ ਜਿਹੜਾ ਉਹ ਨੰਬਰ ਬਣਾਉਣ ਦੀ ਖਾਤਰ, ਜੇ ਬੰਦਾ ਕਿਤੇ ਇੱਕ ਗਲਤੀ ਉਹਨੇ ਕੀਤੀ ਜ਼ਿੰਦਗੀ 'ਚ, ਉਹ ਸੁਧਰਨਾ ਚਾਹੁੰਦਾ ਹੈ, ਤੇ ਪ੍ਰਸ਼ਾਸਨ ਫਿਰ ਨੰਬਰ ਬਣਾਉਣ ਦੀ ਖਾਤਰ ਫਿਰ ਉਹ 'ਤੇ ਪਰਚੇ ਦਰਜ ਕਰ ਦਿੰਦਾ। ਜਦੋਂ ਵਾਰ-ਵਾਰ ਪਰਚੇ ਦਰਜ ਹੁੰਦੇ ਆ, ਉਹ ਫਿਰ ਉਸੇ ਰਾਹ ਹੀ ਤੁਰੇ ਰਹਿੰਦੇ ਆ। ਜਦੋਂ ਕਿ ਇਹ ਚੀਜ਼ਾਂ ਜਿਹੜੀਆਂ, ਜੇ ਕਿਸੇ ਨੇ ਇੱਕ ਗੁਨਾਹ ਕੀਤਾ, ਉਹਨੂੰ ਸਜ਼ਾ ਇੱਕ ਗੁਨਾਹ ਦੀ ਮਿਲਣੀ ਚਾਹੀਦੀ ਹੈ। ਤੁਸੀਂ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਸੋਚਣ ਦੀ ਲੋੜ ਹੈ, ਜਿਹਦੇ ਨਾਲ ਜਿਹੜੇ ਲੋਕ ਆ, ਜੇ ਕੋਈ ਛੱਡਣਾ ਚਾਹੁੰਦਾ ਮਾੜਾ ਕੰਮ ਅੱਜ, ਜੇ ਛੱਡ ਕੇ ਬਾਹਰ ਆਉਣਾ ਚਾਹੁੰਦਾ, ਤੇ ਉਹਨੂੰ ਵੀ ਇੱਕ ਮੌਕਾ ਦੇਣਾ ਚਾਹੀਦਾ। ਜੇ ਕੋਈ ਸੁਧਰਨਾ ਚਾਹੁੰਦਾ, ਉਹਨੂੰ ਸੁਧਰਨ ਦਾ ਮੌਕਾ ਦੇਣਾ ਚਾਹੀਦਾ।
ਵਲਟੋਹਾ ਸਾਹਿਬ ਦਾ ਕਹਿਣਾ ਹੈ ਕਿ ਉਹ ਕਹਿੰਦੇ ਕਿ ਮੇਰੇ ਖਿਆਲ ਦੇ ਵਿੱਚ ਨਹੀਂ ਕੋਈ ਰਾਜਨੀਤਿਕ ਲੀਡਰ ਕੋਈ ਇਦਾਂ ਦੀ ਚੀਜ਼ ਕਰਨਾ ਚਾਹੁੰਦਾ ਹੋਊਗਾ, ਪਰ ਉਹਨਾਂ ਨੇ ਕਿਹਾ ਕਿ ਪੁਲਿਸ ਦੇ ਵਿੱਚ ਜਿਹੜੀਆਂ ਕਾਲੀਆਂ ਭੇਡਾਂ ਉਹ ਇਦਾਂ ਦੀਆਂ ਕੁਝ ਚੀਜ਼ਾਂ ਕਰਦੀਆਂ। ਤੁਹਾਨੂੰ ਲੱਗਦਾ ਹੈ ਕਿ ਇਸ ਵੇਲੇ ਜੇ ਪੰਜਾਬ ਦੀ ਇਕੱਲੀ ਸੱਤਾ ਦੀ ਗੱਲ ਕਰ ਲਈਏ, ਰਾਜਨੀਤਿਕ ਲੀਡਰ ਜਿਹੜੇ ਆ ਉਹ ਪੁਲਿਸ ਦੇ ਉੱਤੇ ਹਾਵੀ ਨਹੀਂ ਤੇ ਪੁਲਿਸ ਰਾਜਨੀਤਿਕ ਲੀਡਰਾਂ ਦੀ ਸ਼ਾਇਦ ਤੋਂ ਬਿਨਾਂ ਹੀ ਕੁਝ ਕਰ ਸਕਦੀ ਹੈ? ਤੁਹਾਨੂੰ ਲੱਗਦਾ ਹੈ? ਨਹੀਂ, ਬਿਲਕੁਲ ਜਿਹੜੀ ਕੱਲੀ ਪੁਲਿਸ ਤੇ ਜਿਹੜੀ ਆ ਉਹ ਸੱਟ ਦੇ ਨਹੀਂ ਗੱਲ ਜੀ। ਜਦੋਂ ਜਿਹੜੇ ਲੋਕਾਂ ਦਾ ਰਾਜ ਹੁੰਦਾ, ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੁੰਦੀ ਹੈ, ਰਿਸਪੌਂਸਿਬਿਲਟੀ ਉਹਨਾਂ ਦੀ ਹੁੰਦੀ ਹੈ। ਵਲਟੋਹਾ ਸਾਹਿਬ ਜੇ ਤੁਸੀਂ ਕੱਲਾ ਕਹਿ ਦੇਣ ਕਿ ਪੁਲਿਸ ਕਰਦੀ ਹੈ, ਜਦੋਂ ਰਾਜ ਰਿਹਾ 10 ਸਾਲ, ਤੁਸੀਂ 10 ਸਾਲਾਂ ਦੇ ਵਿੱਚ ਤੁਸੀਂ ਦੱਸੋ ਕਿ ਤੁਸੀਂ ਕਿੱਥੇ ਕਿਸੇ ਨੂੰ ਰੋਕਿਆ? ਤੁਸੀਂ ਤਾਂ ਆਪ ਖੁੱਲ੍ਹ ਦਿੰਦੇ ਰਹੇ ਹੋ। ਜਦੋਂ ਤੁਸੀਂ ਲੋਕਾਂ ਨੂੰ ਖੁੱਲ੍ਹ ਦਿਓਗੇ, ਤੁਸੀਂ ਤੇ ਅੱਜ ਤੁਹਾਡੇ ਭਾਸ਼ਣਾਂ ਦੇ ਵਿੱਚ ਤੁਸੀਂ ਕਹਿੰਦੇ ਹੋ ਵੀ ਕੁੰਡੀਆਂ ਲਾ ਲਿਓ, ਸ਼ਰਾਬ ਕੱਢ ਲਿਓ ਜੇ ਤੁਹਾਨੂੰ ਕੋਈ ਰੋਕੂਗਾ। ਜਦੋਂ ਤੁਸੀਂ ਆਪ ਲੋਕਾਂ ਨੂੰ ਪ੍ਰੇਰਿਤ ਕਰਦੇ ਹੋ, ਫਿਰ ਲੋਕਾਂ ਨੂੰ ਤੁਸੀਂ ਸਮਝਾ ਕਿਵੇਂ ਸਕਦੇ ਹੋ? ਜਿਹੜੀਆਂ ਉਹ ਗੱਲਾਂ ਕਰਦੇ ਆ, ਇਕੱਲੀ ਇੱਕ ਧਿਰ ਦੀ ਜ਼ਿੰਮੇਵਾਰੀ ਨਹੀਂ ਬਣਦੀ। ਜਿਨ੍ਹਾਂ ਲੋਕਾਂ ਦਾ ਰਾਜ ਹੁੰਦਾ, ਰਿਸਪੌਂਸਿਬਿਲਟੀ ਉਹਨਾਂ ਦੀ ਹੁੰਦੀ ਹੈ। ਅੱਜ ਵੀ ਜੇ ਇਹਨਾਂ ਸਰਕਾਰਾਂ ਦੀ ਗੱਲ ਕਰੀਏ, ਇਹ ਭੱਜ ਰਹੇ ਆ ਆਪਣੀਆਂ ਗੱਲਾਂ ਤੋਂ। ਅੱਜ ਤੁਸੀਂ ਜੇ ਖਜ਼ਾਨੇ ਦੀ ਗੱਲ ਹੀ ਕਰ ਲਓ, ਕਹਿ ਦਿੰਦੇ ਜੀ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ। ਤੁਹਾਡੀ ਤਾਂ ਦੋਸਤ ਰਹੇ ਆ ਮਨਪ੍ਰੀਤ ਬਾਦਲ, ਤੁਸੀਂ ਕਦੇ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਖਜ਼ਾਨਾ ਕਾਹਤੋਂ ਖਾਲੀ ਰਹਿੰਦਾ ਹਮੇਸ਼ਾ? ਮੈਂ ਉਹੀ ਗੱਲ ਕਹਿਣਾ ਜੀ, ਮਨਪ੍ਰੀਤ ਸਿੰਘ ਬਾਦਲ ਮੈਨੂੰ ਤੇ ਲੱਗਦਾ ਸੀ ਬੜੇ ਸੂਝਵਾਨ ਨੇ। ਵੇਖੋ ਮੈਂ ਐਵੇਂ ਉਹਨਾਂ ਦੇ ਨਾਲ ਆਇਆ, ਪਰ ਮੈਨੂੰ ਲੱਗਦਾ ਸੀ ਜਾਂ ਤਾਂ ਕਿਤੇ ਉਹਨਾਂ ਦੀਆਂ ਮਜਬੂਰੀਆਂ ਰਹੀਆਂ ਹੋਣਗੀਆਂ। ਜਿਹੜਾ ਖਜ਼ਾਨਾ ਭਰਨ ਦੀ ਜ਼ਿੰਮੇਵਾਰੀ ਕਿਹਦੀ ਹੈ? ਉਹ ਸਰਕਾਰ ਦੀ। ਜਦੋਂ ਤੁਹਾਡੀ ਸਰਕਾਰ ਹੈ, ਜਿਹੜੀਆਂ ਵੇਖੋ ਜਿਹੜੀ ਲੀਕੇਜ ਹੁੰਦੀ ਹੈ, ਜਾਂ ਮਾਈਨਿੰਗ ਦੀ ਗੱਲ ਕਰ ਲਓ, ਟਰਾਂਸਪੋਰਟ ਮਾਫੀਏ ਦੀ ਗੱਲ ਕਰ ਲਓ, ਸ਼ਰਾਬ ਮਾਫੀਏ ਦੀ ਗੱਲ ਕਰ ਲਓ, ਜਿੰਨਾ ਚਿਰ ਤੁਸੀਂ ਉਹ ਨਹੀਂ ਬੰਦ ਕਰਦੇ, ਫਿਰ ਖਜ਼ਾਨਾ ਭਰੂਗਾ ਕਿਵੇਂ? ਜੇ ਅੱਜ ਟਰਾਂਸਪੋਰਟ ਦੀ ਵੀ ਰਾਜਾ ਵੜਿੰਗ ਸਾਹਿਬ ਬਣੇ ਸੀ, ਉਹ ਕਹਿੰਦੇ ਜੀ ਮੈਂ ਆਪਣੇ ਸ਼ਰੀਕਾਂ ਦੀਆਂ ਦੇ ਬੱਸਾਂ ਬੰਦ ਕਰਤੀਆਂ, ਤੇ ਜਿਹੜੇ ਕਾਂਗਰਸੀ ਨਜਾਇਜ਼ ਚਲਾ ਰਹੇ ਉਹਨਾਂ ਦੀਆਂ ਕਿੰਨੇ ਕਰਨੀਆਂ? ਜਦੋਂ ਕਿ ਜੇ ਤੁਸੀਂ ਪਾਰਦਰਸ਼ੀ ਨਾਲ ਤੁਸੀਂ ਵਾਕਈ ਸਿੰਸੀਅਰ ਹੋ ਕੇ ਕੰਮ ਕਰੋਗੇ, ਖਜ਼ਾਨਾ ਵੀ ਭਰ ਜਾਊਗਾ ਔਰ ਲੋਕਾਂ ਨੂੰ ਸਹੂਲਤਾਂ ਵੀ ਮਿਲ ਜਾਣਗੀਆਂ। ਮੇਰਾ ਆਖਰੀ ਸਵਾਲ ਹੈ, ਮੈਂ ਤਕਰੀਬਨ ਹਰ ਜਿਹੜੇ ਆਗੂ ਆ ਉਹਨਾਂ ਤੋਂ ਇੱਥੇ ਪੁੱਛ ਰਹੀ ਹਾਂ ਕਿ ਆਖਰੀ ਜਿਹੜੀ ਆ ਕਿਹੜਾ ਉਹ ਵਾਅਦਾ, ਕਿਹੜੀ ਉਹ ਕਮਿਟਮੈਂਟ ਕਰਨਾ ਚਾਹੋਗੇ? ਆਮ ਤੌਰ ਤੇ ਲੀਡਰਸ ਬਾਰੇ ਤਾਂ ਮੰਨਿਆ ਜਾਂਦਾ ਵੀ ਜਦੋਂ ਹੀ ਇਹਨਾਂ ਦੇ ਹੱਥ 'ਚ ਸੱਤਾ ਆਉਂਦੀ ਆ ਇਹ ਮੁੱਕਰ ਜਾਂਦੇ ਆ, ਭੁੱਲ ਜਾਂਦੇ ਆ ਤੇ 4.5 ਸਾਲਾਂ ਬਾਅਦ ਯਾਦ ਆਉਂਦਾ। ਪਰ ਮੈਂ ਇਹ ਜਾਣਨਾ ਚਾਹੁੰਦੀ ਉਹ ਸਵਾਲ ਜਿਹੜਾ ਤੁਹਾਨੂੰ ਹਮੇਸ਼ਾ ਕਮਿਟਮੈਂਟਾਂ ਦੀ ਯਾਦ ਰਹੂਗੀ ਜੇ ਤੁਸੀਂ ਸੱਤਾ 'ਚ ਆ ਜਾਂਦੇ ਹੋ, ਇਸ ਇਲਾਕੇ ਦੇ ਲੋਕਾਂ ਨਾਲ ਕਿਹੜਾ ਉਹ ਵਾਅਦਾ ਕਰਨਾ ਚਾਹੋਗੇ ਜਿਹਦੇ ਨਾਲ ਉਹ ਸੋਚਣ ਕਿ ਤੁਹਾਨੂੰ ਵੋਟ ਜ਼ਰੂਰ ਪਾਉਣ? ਕਿ ਜੇ ਮੈਂ ਆਪਣੇ ਜਿੱਥੋਂ ਤੱਕ ਮੇਰੇ ਖੇਮਕਰਨ ਹਲਕੇ ਦੀ ਗੱਲ ਹੈ ਜੀ, ਮੈਂ ਜਿਹੜੇ ਵਾਅਦੇ, ਕਿਉਂਕਿ ਵਾਅਦੇ ਇਕੱਲੇ ਮੈਂ ਨਹੀਂ ਕੀਤੇ, ਸਾਡੀ ਪਾਰਟੀ ਨੇ ਕੀਤੇ ਆ। ਜਿਹੜੇ ਸਾਡੇ ਪਾਰਟੀ ਦੇ ਸੁਪਰੀਮੋ ਆ ਅਰਵਿੰਦ ਕੇਜਰੀਵਾਲ, ਉਹ ਜ਼ਬਾਨ ਦੇ ਬੜੇ ਪੱਕੇ ਆ, ਕਿਉਂਕਿ ਉਹਨਾਂ ਨੇ ਜੇ ਦਿੱਲੀ ਦੇ ਵਿੱਚ ਜਿਹੜੀ ਗੱਲ ਕੀਤੀ ਸੀ, ਉਹਨਾਂ ਨੇ ਮਹੀਨੇ ਬਾਅਦ ਹੀ ਉਹ ਲਾਗੂ ਕਰਤੀ। ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ, ਜਿਹੜੀਆਂ ਗਰੰਟੀਆਂ ਜਾਂ ਜਿਹੜੇ ਵਾਅਦੇ ਆਮ ਆਦਮੀ ਨੇ ਕੀਤੇ ਆ, ਚਾਹੇ ਉਹ ਹਸਪਤਾਲਾਂ ਦੀ ਗੱਲ ਹੋਵੇ, ਚਾਹੇ ਉਹ ਸਰਕਾਰੀ ਸਕੂਲਾਂ ਦੀ ਗੱਲ ਹੋਵੇ, ਚਾਹੇ 300 ਯੂਨਿਟ ਬਿਜਲੀ ਦੀ ਗੱਲ ਹੋਵੇ, ਚਾਹੇ 1,000 ਰੁਪਈਆ ਸਾਡੀਆਂ ਮਾਵਾਂ ਭੈਣਾਂ ਲਈ ਉਹਨਾਂ ਨੇ ਅਨਾਉਂਸ ਕੀਤਾ ਹੈ। ਮੈਂ ਇਹ ਗੱਲ ਵਿਸ਼ਵਾਸ ਨਾਲ ਆਪਣੇ ਹਲਕੇ ਵਾਲਿਆਂ ਨੂੰ ਕਹਿ ਸਕਦਾ ਹਾਂ ਕਿ ਸਰਕਾਰ ਬਣਦਿਆਂ ਸਾਰ, ਕਿਉਂਕਿ 1 ਮਹੀਨਾ ਕੁ ਤਾਂ ਲੱਗ ਜਾਂਦਾ ਗੌਰਮੈਂਟ ਨੂੰ ਸੰਭਲਦਿਆਂ, ਉਹ ਉਸੇ ਦਿਨ ਤੋਂ ਲਾਗੂ ਹੋਣਗੇ। ਇਹਨਾਂ ਵਾਂਗੂ ਨਹੀਂ ਕਿ 4.5 ਸਾਲਾਂ ਬਾਅਦ ਆਣ ਕੇ ਚੇਤਾ ਆਊਗਾ। ਆਮ ਆਦਮੀ ਪਾਰਟੀ ਨੇ ਜਿਹੜੀ ਪ੍ਰੋਮਿਸ ਵੀ ਲੋਕਾਂ ਨਾਲ ਕੀਤੇ ਆ, ਉਹ ਪਹਿਲੇ ਦਿਨ ਤੋਂ ਲਾਗੂ ਹੋਣਗੇ। ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਸਾਹਿਬ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਸੋ ਇਹ ਸਨ ਖੇਮਕਰਨ ਇਲਾਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਵਣ ਸਿੰਘ ਧੁੰਨ। ਇਹਨਾਂ ਨੇ ਆਪਣੇ ਬਣਦੇ ਜਵਾਬ ਦਿੱਤੇ ਆ ਔਰ ਬਹੁਤ ਸਾਰੀਆਂ ਪਾਰਟੀਆਂ ਦੇ ਨਾਲ ਇਹਨਾਂ ਨੇ ਕੰਮ ਕੀਤਾ ਹੈ। ਤਕਰੀਬਨ ਜੇ ਕਿਹਾ ਜਾਵੇ ਹਾਈਲਾਈਟਡ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਨਾਲ ਰਹੇ ਆ। ਆਮ ਆਦਮੀ ਪਾਰਟੀ ਤੋਂ ਹੁਣ ਇਲੈਕਸ਼ਨ ਲੜ ਰਹੇ ਨੇ, ਲੋਕਾਂ ਦੇ ਨਾਲ ਬਣਦੇ ਵਾਅਦੇ ਕਰ ਰਹੇ ਨੇ। ਸੋ ਦੇਖਣਾ ਹੀ ਹੋਊਗਾ ਕਿ ਲੋਕ ਇਹਨਾਂ ਦੇ ਉੱਤੇ ਵਿਸ਼ਵਾਸ ਜਤਾ ਕੇ ਇਹਨਾਂ ਨੂੰ ਸੱਤਾ 'ਚ ਲੈ ਕੇ ਆਉਂਦੇ ਆ ਜਾਂ ਨਹੀਂ, ਕਿਉਂਕਿ ਤਨਵੀਰ ਗਿੱਲ ਹੋਰਾਂ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਦਾ ਮਾਝੇ ਦੇ ਵਿੱਚ ਕੋਈ ਆਧਾਰ ਨਹੀਂ ਆ, ਸਿਰਫ ਜਿਹੜਾ ਮੁਕਾਬਲਾ ਹੈ ਉਹ ਕਾਂਗਰਸ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ। ਸੋ ਆਪਣੇ ਆਪ ਨੂੰ ਮੁਕਾਬਲੇ ਦੇ ਵਿੱਚ ਕਿੱਥੇ ਖੜਾ ਕਰਦੀ ਹੈ ਆਮ ਆਦਮੀ ਪਾਰਟੀ, ਸੱਤਾ ਦੇ ਵਿੱਚ ਮਾਝੇ ਦੇ ਵਿੱਚ ਕਾਬਜ਼ ਹੁੰਦੀ ਹੈ ਜਾਂ ਨਹੀਂ ਹੁੰਦੀ, ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋ ਜਾਊਗਾ। ਫਿਲਹਾਲ ਇਸ ਪੇਸ਼ਕਸ਼ ਦੇ ਵਿੱਚ ਇੰਨਾ ਹੀ ਦਿਓ ਇਜਾਜ਼ਤ। ਸ਼ੁਕਰੀਆ।